ਭੇਟੇ ਸੰਤ ਸਹਾਈ, ਭੇਟੇ ਸੰਤ ਸਹਾਈ। अदोत भयो पूरन पावी को, अदोत भयो पूरन पावी को, भेटे संत सहाई, भेटे संत सहाई। पिछली शब्द चौंकी ਅਸੀਂ ਜੋ ਸੰਤ ਸਾਧ ਸਤਿਗੁਰੂ ਭੇਟਣ ਦੀ ਉਣੀ ਕੱਤੀ ਆ ਰਹੇ ਹਾਂ ਔਰ ਕਲੀਅਰ ਕਰ ਰਹੇ ਹਾਂ ਵੀ ਸੰਤ ਸਾਧ ਸਤਿਗੁਰੂ ਦਾ ਭੇਟਣਾ ਇੱਕੋ ਵਜੂਦ, ਇੱਕੋ ਪਾਵਰ, ਇੱਕੋ ਹਸਤੀ ਜਿਹਦੀ ਦੇਹ ਨਹੀਂ ਹੈ, ਉਹ ਅੰਦਰ ਭੇਟਣਾ ਹੈ। ਅਸੀਂ ਉਹਨੂੰ ਹੀ ਸੰਤ ਸਾਧ ਸਤਿਗੁਰੂ ਕਿਹਾ ਹੈ ਸਾਰੀ ਬਾਣੀ 'ਚ। ਔਰ ਉਹਦਾ ਭੇਟਣਾ ਅੰਦਰ ਹੋਣਾ ਹੈ, ਬਾਹਰ ਉਹਦੀ ਬਾਡੀ ਨਹੀਂ ਹੈ, ਅੰਦਰ ਉਹ ਵਜੂਦ ਆ ਜਾਂਦਾ ਹੈ। ਉਹ ਹਸਤੀ, ਉਹ ਪਾਵਰ ਜੋ ਜੋੜਨ ਹਾਰਾ ਹੈ। ਰੱਬ ਨੂੰ ਮਿਲਣ ਤੋਂ ਪਹਿਲਾਂ ਇਸ ਅੰਦਰ ਚੇਂਜ ਆਉਣੀ ਪੈਣੀ ਹੈ। ਹਰ ਬਿਆਸੀ ਦੇ ਅੰਦਰ ਇਹ ਚੀਜ਼ ਆ ਜਾਏਗੀ ਔਰ ਆਪ ਹੀ ਉਹ ਸਮਝ ਜਾਏਗਾ। ਉਹ ਫਿਰ ਗਾਂ ਰੱਬ ਨੂੰ ਜੋੜੇਗਾ। ਰੱਬ ਸਿੱਧਾ ਕਦੀ ਕਿਸੇ ਨੂੰ ਨਹੀਂ ਮਿਲਿਆ। ਅਸੀਂ ਇੱਕ ਤੁਕ ਸਦਾ ਹੀ ਦੱਸ ਦਈਏ, ਜਿਸ ਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗ ਤੇ ਕੈ ਪਾਛੈ। ਇਹ ਤੁਕਾਂ ਆ ਰਹੀਆਂ ਜਿਹੜੀਆਂ ਅਸੀਂ ਗਾਂ ਸ਼ਬਦਾਂ 'ਚ ਲਿਆਵਾਂਗੇ। ਸਾਧ ਸੰਗਤ ਅੰਦਰ ਹੈ, ਸੰਗਤ ਬਾਹਰ ਹੈ। ਉਹ ਜਿਹੜਾ ਸਾਧ ਹੈ ਉਹਨੂੰ ਹੀ ਸਤਿਗੁਰ, ਉਹਨੂੰ ਹੀ ਸੰਤ, ਉਹਨੂੰ ਹੀ ਮਹਾਂਪੁਰਖ, ਉਹਨੂੰ ਹੀ ਬ੍ਰਹਮ ਗਿਆਨੀ, ਉਹਨੂੰ ਹੀ ਸਭ ਕੁਛ ਕਿਹਾ ਹੈ। ਉਹ ਇੱਕ ਰੱਬ ਅਕਾਲ ਪੁਰਖ ਦਾ ਲੈਫਟੀਨੈਂਟ ਸਰੂਪ ਹੈ। ਛੋਟਾ ਰੱਬ ਕਹਿ ਲਓ, ਕੁਛ ਕਹਿ ਲਓ, ਪਰ ਉਹ ਰੱਬ ਨਹੀਂ ਹੈ। ਰੱਬ ਨੂੰ ਜੋੜਨ ਹਾਰਾ ਹੈ। ਪਰ ਬਾਣੀ 'ਚ ਗਾਈਡੈਂਸ ਆਉਂਦੀ ਹੈ ਵੀ ਸਭ ਤੋਂ ਪਹਿਲਾਂ ਤੁਹਾਨੂੰ ਪਾਰ ਬ੍ਰਹਮ ਸਤਿਗੁਰੂ ਨੂੰ ਮੰਨਣਾ ਪੈਣਾ ਹੈ। ਰੱਬ ਬਾਅਦ 'ਚ ਆਏਗਾ, ਪਰ ਸਾਡੇ ਲਈ ਪਹਿਲਾ ਜਿਹੜਾ ਇਹ ਸਰੂਪ ਅੰਦਰ ਆਉਂਦੀ ਹੈ ਚੇਂਜ, ਜਿਹਦੀ ਭਾਲ 'ਚ, ਜਿਹਦੇ ਵਿਜੋਗ 'ਚ, ਜਿਹਦੇ ਦਰਸ਼ਨ ਕਰਨ ਲਈ ਅਭਿਆਸੀ ਨਾਲ ਹੋਰ ਮਿਹਨਤ ਕਰਨੀ ਹੈ। ਵੀ ਮੇਰੇ ਅੰਦਰ ਤਾਂ ਹਲੀ ਕੱਖ ਮੈਂ ਨਹੀਂ, ਅੰਧੀ ਕੋਠੀ ਤੇਰਾ ਨਾਮ ਨਹੀਂ, ਨਾ ਮੈਨੂੰ ਕੁਛ ਅੰਦਰ ਚੇਂਜ ਆਈ ਹੈ। ਇਹਦੇ ਲਈ ਵਿਰਾਗ ਪੈਦਾ ਹੁੰਦਾ। ਫਿਰ ਇਸ ਵਾਸਤੇ ਜਿਉਂ ਬਾਣੀ 'ਚੋਂ ਇਹ ਕੱਢਾਂਗੇ ਤੋਂ ਪਹਿਲਾਂ ਅੰਦਰ ਇਹ ਚੀਜ਼ ਆਉਂਦੀ ਹੈ ਔਰ ਉਹਨੇ ਫਿਰ ਸਭ ਕੁਛ ਕਰਨਾ ਹੈ। ਕਰਨ ਕਰਾਵਣ ਸਗਲ ਵਿਦੇ ਸੋ ਸਤੇ ਗੁਰੂ ਹਮਾਰਾ। ਅਸੀਂ ਉਹਦੇ ਚਾਕਰ ਨਹੀਂ ਹੈ, ਅਸੀਂ ਹਮ ਚਾਕਰ ਗੋਬਿੰਦ ਕੇ। ਅਸੀਂ ਅਕਾਲ ਪੁਰਖ, ਜਿੱਦਾਂ ਅਕਾਲ ਉਸਤਤ ਦੇ ਵਿੱਚ ਜਾਓ ਕੱਢ ਕੇ ਦੱਸ ਦਿਓ ਕਿਸੇ ਸੰਤ ਸਾਧ ਦਾ ਨਾਂ ਜਾਂ ਕਿਸੇ ਸਤਿਗੁਰੂ ਦਾ ਜਾਂ ਸਾਰਾ ਜਾਂ ਗੁਰੂਆਂ ਦਾ। ਐਸੀ ਦਸਮ ਪਾਤਸ਼ਾਹ ਦੀ ਉਹ ਅਕਾਲ ਦੀ ਉਸਤਤ ਹੈ ਜਿਹਨੇ ਕਿ ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਔਰ ਸਾਰਾ ਅਕਲੋਤਾ ਉਹ ਐਸਾ ਸਾਹਿਬਜ਼ਾਦਾ ਸ਼ੁਰੂ ਤੋਂ ਟ੍ਰੇਨ ਕੀਤਾ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨਾਲ। ਸਾਰਾ ਉਹਨੂੰ ਗਿਆਨ, ਕਿਉਂਕਿ ਲੇਟੈਸਟ ਅਤੇ ਡਾਈਜੈਸਟਡ ਗਿਆਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ। ਪਿਛਲੀਆਂ ਸਾਰੇ ਗਿਆਨ ਨੂੰ ਉਹਨਾਂ ਨਾਲ ਕੰਸੋਲੀਡੇਟ ਕਰਕੇ ਥੋੜ੍ਹੇ ਜਿਹੇ ਸਿੱਧੇ ਜਿਹੇ ਪਰ ਉਨੇ ਡੂੰਘੇ ਸ਼ਬਦ ਦਿੱਤੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਤੋਂ ਸਾਰਿਆਂ ਤੋਂ ਉਹਨਾਂ ਦੇ ਰੋਮ ਰੋਮ 'ਚ ਸਾਰੇ ਸ਼ਬਦਾਂ ਦਾ ਗਿਆਨ ਸੀਗਾ। ਔਰ ਉਹਨਾਂ ਨੇ ਫਿਰ ਅਕਾਲ ਉਸਤਤ ਲਿਖੀ, ਉਹਦੇ 'ਚ ਸੰਤ ਸਾਧ ਕਿਸੇ ਦਾ ਨਾਂ ਨਹੀਂ। ਇਸ ਤਰ੍ਹਾਂ ਜਿਹੜੇ ਬਾਣੀ 'ਚ ਨਾਂ ਆਉਂਦੇ ਆ ਹਿੰਦੂਆਂ ਲਈ ਸੰਤ ਸਾਧ, ਉਹ ਬੌਡੀ 'ਚ ਭੰਨੇ ਆ। ਉਸ ਵੇਲੇ ਸਾਰੇ ਸਿੱਖ ਭਾਈ ਕਹਿਲਾਉਂਦੇ ਸੀ। ਬਾਣੀ ਵੀ ਸਾਰੀ ਸਿੱਖ ਬਣ ਕੇ ਲਿਖੀ। ਇਸ ਕਰਕੇ ਜਿਹੜਾ ਸਤਿਗੁਰੂ ਅੰਦਰ ਵਜੂਦ ਆਉਣਾ, ਉਹਨੇ ਗਾਂ ਜੋੜਨਾ ਔਰ ਉਸ ਵਜੂਦ ਲਈ ਫਿਰ ਬੰਦਾ ਮਿਹਨਤ ਕਰਦਾ। ਪਰ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਚੀਜ਼ ਉਹ ਅੰਦਰ ਆਉਣੀ ਆ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਪਹਿਲਾਂ ਸਾਡੇ ਲਈ ਰੱਬ ਐਡੀ ਵੱਡੀ ਚੀਜ਼ ਆ, ਉਹ ਕੋਈ ਉਹਨੂੰ ਬਿਆਨ ਨਹੀਂ ਕਰ ਸਕਦਾ। ਪਰ ਪਹਿਲਾਂ ਰਾਮ ਹਮ ਸਤਿਗੁਰ, ਮਹੱਲਾ ਚੌਥਾ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਔਰ ਸਾਡੀ ਸਾਰਿਆਂ ਦੀ ਹਾਲਤ ਇਹ ਮਹਾਰਾਜ ਆਪਣੇ ਸ਼ਬਦ 'ਚ ਲਿਖਦੇ ਹੈ, ਹਮ ਮੂੜ
मोगध या मत होते गुर सतगुर के बचने हर हम जाने। ਜਿਹੜਾ ਗੁਰ ਸਤਿਗੁਰ ਦਾ ਬਚਨ ਪ੍ਰਭੂ ਦਾ ਨਾਮ ਗੁਰਮੰਤਰ ਮੈਨੂੰ ਮਿਲਿਆ ਸੀ ਪਰਮੇਸ਼ਰ ਦਾ, ਉਹਦੇ ਨਾਲ ਫਿਰ ਮੈਂ ਪ੍ਰਭੂ ਨੂੰ ਜਾਣਿਆ। ਪਰ ਪਹਿਲਾਂ ਰਾਮ ਹਮ ਸਤੇ ਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ। ਇੱਥੇ ਹਰ ਇੱਕ ਕੋਈ ਪਤਾ ਨਹੀਂ ਹੈ ਉਹਨਾਂ ਨੂੰ ਬਾਣੀ ਦਾ ਲੈਵਲ ਪਤਾ ਨਹੀਂ ਵੀ ਕਿੱਡੀ ਗਰੀਬੀ 'ਚ ਬਾਣੀ ਲਿਖੀ ਹੈ। ਉਹ ਹਰ ਜਿਹੜਾ ਵੀ ਗਾਈਡ ਕਰਨ ਵਾਲਾ ਹੈ ਅੱਜ ਕੱਲ੍ਹ, ਇਹ ਸੰਤ ਸਾਧ ਜੋ ਸਤਿਗੁਰੂ ਜੋ ਬੌਡੀ 'ਚ ਬਣਦੇ ਆ, ਸਤਿਕਾਰਯੋਗ ਹੈ, ਨਾਮ ਜਪਾ ਰਹੇ ਨੇ, ਸੁਸਾਇਟੀ ਦਾ ਭਲਾ ਕਰ ਰਹੇ ਨੇ, ਪਰ ਗੁਰਮਤ 'ਚ ਨਹੀਂ ਹੈ। ਉਹਨਾਂ ਨੇ ਆਪਣੀ ਆਪਣੀ ਗੁਰਮਤ ਚਲਾਈ ਹੈ। ਗੁਰਮਤ ਕੀ ਹੈ? ਸਾਰੀ ਬਾਣੀ ਜੋ ਗੁਰੂ ਰਾਮਦਾਸ ਗੁਰ ਸਤਿਗੁਰ ਕੀ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ। ਪਹਿਲਾਂ ਚੀਜ਼ਾਂ ਸਾਨੂੰ ਬਣਨੀਆਂ ਪੈਣੀਆਂ। ਹਮ ਮੂੜ ਮੁਗਧ ਅਸ਼ੁੱਧ ਮਤ, ਜਿਹੜੀ ਇਹ ਗੁਰਮਤ ਕਹਿੰਦੇ ਆਪਣੀ, ਉਹ ਅਸ਼ੁੱਧ ਮਤ ਵਾਲੀ। ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਿਗੁਰ ਕੇ ਬਚਨੇ। ਉਸ ਗੁਰੂ ਮੰਤਰ ਦੇ ਨਾਲ ਉਹ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਹਰ ਹਮ ਜਾਣੇ, ਅਸੀਂ ਰੱਬ ਨੂੰ ਫੜ ਲਿਆ। ਆਹੋ ਹੀ ਅਸੀਂ ਸਾਰੀ ਜਿਹੜੀ ਕੀ ਆਫ ਦੀ ਗਿਆਨ ਹੈ, ਕੁੰਜੀ ਹੈ, ਉਹ ਬਾਣੀ ਦੇ ਸ਼ਬਦ ਨੇ। ਇਸ ਕਰਕੇ ਬਾਣੀ ਦੇ ਸ਼ਬਦਾਂ ਨਾਲ ਖੁਰ ਰਿਹਾ ਵੀ ਪਹਿਲਾਂ ਅੰਦਰ ਸਤਿਗੁਰੂ ਆਏਗਾ, ਉਹ ਸਰੂਪ ਆਏਗਾ। ਔਰ ਇਹਨੂੰ ਹੀ ਦਾਊ ਕਿਹਾ ਹੈ। ਔਰ ਇਹਦੇ ਚਰਨ ਫਿਜ਼ੀਕਲ ਚਰਨ ਨਹੀਂ ਹੈ, ਉਹਦੇ ਆਪਣੇ ਚਰਨ ਜਪਾਇਨ ਵਿੱਚ ਦਾਊ ਖੜੋਆ। ਦਾਊ ਕਹਿੰਦੇ ਆ ਬਹੁਤ ਵੱਡੇ ਭਲਵਾਨ ਨੂੰ। ਦਾਊ ਕਹਿੰਦੇ ਆ ਸਤਿਗੁਰੂ ਜਦੋਂ ਅੰਦਰ ਆ ਗਿਆ, ਉਹ ਜਿਹੜੇ 5 ਭਲਵਾਨ ਸੀ, 5 ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚੇ ਦਾਊ ਖੜੋਆ। ਉਹ ਜਦੋਂ ਅਸਤੀ ਆ ਜਾਂਦੀ, ਇਹ 5 ਭੱਜ ਜਾਂਦੇ। ਇਸ ਕਰਕੇ ਦਾਊ ਦਾ ਮਤਲਬ ਹੈ ਹੀ ਸਤਿਗੁਰੂ, ਔਰ ਦਾਊ ਉਹ ਪਹਿਲਾਂ ਆਏਗਾ। ਇਸੇ ਕਰਕੇ ਦਾਊ ਕ੍ਰਿਸ਼ਨ ਮਹਾਰਾਜ ਜੀ ਦਾ ਵੱਡਾ ਭਰਾ ਸੀ, ਬਲਰਾਮ ਜੀ। ਉਸ ਜ਼ਮਾਨੇ ਦਾ ਸਭ ਤੋਂ ਵੱਡਾ ਰੈਸਲਰ ਸੀ ਉਹ। ਇਸ ਕਰਕੇ ਉਹਨੂੰ ਕ੍ਰਿਸ਼ਨ ਮਹਾਰਾਜ ਮਹਾਭਾਰਤ ਸਾਰਾ ਦਾਊ ਜੀ ਕਹਿੰਦੇ ਸੀ। ਤਾਂ ਦਾਊ ਸਾਡਾ ਦਾਊ ਸਤਿਗੁਰੂ ਹੈ। 5 ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਪੁਜਾਏ ਨਹੀਂ, ਘਟਾਏ ਨਹੀਂ, ਸਾਡੇ ਚਰਨ ਸ਼ਬਦ ਹੀ ਹੈ। ਆਪਣੇ ਚਰਨ ਜਪਾਇਨ ਵਿੱਚੇ ਦਾਊ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨ ਰੋਆ, ਦਿਨ ਰਹਿਣ ਨਾਮ ਤੇ ਆਏਂਦਾ, ਫਿਰ ਪਾਏ ਨਾ ਮੋਆ, ਜਿੱਥੋਂ ਉਪਜਿਆ ਨਾਨਕਾ ਸੋਈ ਫਿਰ ਹੋਆ। ਐਸ ਹਸਤੀ ਦੇ ਅਸੀਂ ਆਸ਼ਿਕ ਹਾਂ। ਪਹਿਲਾਂ ਅਸੀਂ ਪੂਰਾ ਪਿਆਰ ਜਿਹੜਾ ਦੇਣਾ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਤਾਂ ਸ਼ਬਦ ਆਉਂਦੇ। ਪਹਿਲਾਂ ਇਹ ਜੇ ਅਸੀਂ ਬਾਹਰ ਬਾਡੀ 'ਤੇ ਕਿਸੇ ਇਨਸਾਨ 'ਤੇ ਚੀਜ਼ ਬਰਾਤੀ, ਉਹ ਕਲਾ ਨਹੀਂ ਵਰਤਣੀ। ਇਸ ਕਰਕੇ ਜੇ ਸਰੂਪ ਨੂੰ ਤੁਸੀਂ ਯਾਦ ਕਰੋਗੇ, ਉਹ ਸਰੂਪ ਤੁਹਾਡੇ ਅੰਦਰ ਆਏਗਾ। ਜੇ ਦੇ ਲੈਸ ਆ ਬਾਡੀ ਤੋਂ ਬਗੈਰ ਆਹ ਚੀਜ਼ ਰੱਬ ਵਰਗੀ ਹੈ, ਜਾਓ ਪਾਰ ਬ੍ਰਹਮ ਕਰ ਮਾਨੇ, ਇਹਨੂੰ ਅਸੀਂ ਮਾਣ ਦਾਂਗੇ ਇਸ ਚੀਜ਼ ਨੂੰ ਬਾਣੀ ਦੇ ਲਿਹਾਜ਼ ਦੇ ਨਾਲ, ਅਸੀਂ ਖੁਦ ਬਖੁਦ ਅਸਲ ਟਰੈਕ 'ਤੇ ਰਹਾਂਗੇ। ਨਹੀਂ ਤਾਂ ਡੀਰੇਲ ਹੋ ਜਾਵਾਂਗੇ। ਜਿੱਦਾਂ ਸਾਰੀ ਸਿੱਖੀ ਡੀਰੇਲ ਹੋਈ ਹੈ, ਤਦੀ ਕੁਛ ਮਿਲ ਨਹੀਂ ਰਿਹਾ ਕਿਸੇ ਨੂੰ। ਔਰ ਜਿਹੜੇ ਡੀਰੇਲ ਕਰਨ ਵਾਲੇ ਆ, ਉਹਨਾਂ ਨੂੰ ਵੀ ਨਹੀਂ ਪਤਾ ਪੂਰਾ ਆ ਗਿਆਨ ਅਸੀਂ ਐਸਾ ਇੰਨੇ ਸ਼ਬਦ ਲਿਆਵਾਂਗੇ, ਉਹਨਾਂ ਦਾ ਵੀ ਭਲਾ ਹੋ ਜੂ। ਭਲਾ ਕੀ ਹੈ? ਈਗੋ ਮਰਨੀ, ਹਉਮੈ ਮਰਨੀ। ਉਹਨਾਂ ਦੀ ਗਾਂ ਚੜ੍ਹਾਈ ਬੰਦ ਹੈ ਸਾਰਿਆਂ ਦੀ। ਇਸੇ ਕਰਕੇ ਬਾਅਦ 'ਚ ਜਦੋਂ ਉਹ ਚਲੇ ਜਾਂਦੇ ਨੇ, ਪਿੱਛੋਂ ਸਾਰੀਆਂ ਸੰਪਰਦਾਵਾਂ ਸਾਰੀਆਂ ਗੋਲੀਆਂ ਚੱਲਦੀਆਂ, ਸ਼ਾਂਤੀ ਕਿਸੇ ਨੂੰ ਨਹੀਂ ਹੈ। ਕਿਉਂਕਿ ਡੀਰੇਲ ਹੋਇਆ, ਇਹ ਟਰੈਕ ਨਹੀਂ ਹੈ ਸਿੱਖੀ ਦਾ। ਗੁਰੂਆਂ ਨਾਲ ਉਸ ਸਤਿਗੁਰੂ ਦੇ ਸਿੱਖ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਅਸੀਂ ਜਿੰਚ ਕਰੇ ਪ੍ਰੀ ਫੇਸ ਇਹ ਲਫ਼ਜ਼ ਨਹੀਂ ਕੱਢਾਂਗੇ, ਅਗਲਾ ਸ਼ਬਦ ਤੁਸੀਂ ਸਮਝ ਨਹੀਂ ਸਕਾਂਗੇ। ਇਸ ਕਰਕੇ ਹੁਣ ਸੰਤ ਭੇਟੇ ਸੰਤ ਸਹਾਈ, ਉਹ ਵਿੱਚ ਆਣ ਕੇ ਸਹਾਇਤਾ ਕਰਦਾ ਹੈ। ਜਦੋਂ ਉਹ ਸੰਤ ਭੇਟਿਆ ਜਾਂਦਾ ਅੰਦਰ, ਉਹੋ ਹੀ ਹੈ ਵਿੱਚ ਦਾਊ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਤੇ ਆਏਂਦਾ, ਫਿਰ ਪਾਏ ਨਾ ਮੋਆ, ਔਰ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਐਸ ਅੰਦਰਲੀਆਂ ਲੈ ਕੇ ਉਹ ਜਿਹੜੀ ਅੰਦਰ ਵਸਤੂ, ਉਹ ਜਿਹੜੀ ਪਾਵਰ, ਉਹ ਜਿਹੜੀ ਚੇਂਜ, ਉਹ ਜਿਹੜੀ ਜਿਹਨੂੰ ਉਰਦੂ 'ਚ ਵਜੂਦ ਕਿਹਾ ਹੈ, ਹਸਤੀ ਕਿਹਾ ਹੈ, ਉਹ ਜਦੋਂ ਅੰਦਰ ਆ ਜਾਂਦੀ ਹੈ, ਉਹਨੂੰ ਅਸੀਂ ਪਹਿਲਾਂ ਰੱਬ ਕਰਕੇ ਮੰਨਣਾ। ਉਹ ਇਸ ਕਰਕੇ ਸਭ ਤੋਂ ਪਹਿਲਾਂ ਅੰਦਰ ਉਹ ਚੀਜ਼ ਆਏਗੀ, ਔਰ ਆਪ ਅਭਿਆਸੀ ਨੂੰ ਪਤਾ ਲੱਗ ਜਾਏਗਾ ਵੀ ਉਹਦੇ ਮੁਬਾਰਕ ਚਰਨ ਆ ਰਹੇ ਨੇ ਅੰਦਰ। ਆਹ ਤਾਂ ਕੁਛ ਹੋਰ ਹੀ ਚੀਜ਼ ਹੋਣ ਲੱਗ ਪਈ। ਇਸ ਕਰਕੇ
ਉਹ ਆਣ ਕੇ ਪਹਿਲਾਂ ਸਹਾਇਤਾ ਕਰੇਗਾ। ਅਦੋਤ ਭਇਓ ਪੂਰਨ, ਪਿਛਲੇ ਕਰਮਾਂ ਕਰਕੇ ਕਮਾਈ ਕਰਕੇ ਫਿਰ ਅੰਦਰ ਉਜਾਲਾ ਹੀ ਉਜਾਲਾ, ਉਦੋਂ ਉਹ ਚੀਜ਼ ਅੰਦਰ ਚੇਂਜ ਆਉਂਦੀ ਹੈ। ਔਰ ਕੌਣ ਕਰਦਾ ਹੈ? ਭੇਟੇ ਸੰਤ ਸਹਾਈ, ਭੇਟੇ ਸੰਤ ਸਹਾਈ। ਇਹ ਕਦੋਂ ਆਉਂਦਾ ਹੈ? ਪਹਿਲਾਂ ਆਹ ਕੰਡੀਸ਼ਨ ਆਉਂਦੀ ਹੈ ਜਦੋਂ ਇੱਕ ਪਲ ਹੀ ਨਹੀਂ ਬੰਦਾ ਨਾਮ ਜਪਣੋਂ ਹਟਦਾ ਜਾਂ ਉਹਨੂੰ ਭੁੱਲਦਾ ਰਹੀ ਹੈ ਨਾਮ। ਇੱਕ ਪਲ ਬਿਸਰਤ ਨਹੀਂ ਸੁਖ ਸਾਗਰ, ਇੱਕ ਪਲ ਬਿਸਰਤ ਨਹੀਂ ਸੁਖ ਸਾਗਰ। ਨਾਮ ਨਵੇਂ ਨਿਧ ਪਾਈ, ਨਿਧ ਕਹਿੰਦੇ ਖਜ਼ਾਨੇ ਨੂੰ। ਥੋੜ੍ਹੇ ਜਿਹੇ ਡਿਕਸ਼ਨਰੀ ਮੀਨਿੰਗ ਲਈ ਚੱਲੋਗੇ ਬਾਣੀ ਸਾਫ਼ ਹੁੰਦੀ ਜਾਊਗੀ। ਨਾਮ ਨਵੇਂ ਨਿਧ ਪਾਈ, ਨਵੇਂ ਕਹਿੰਦੇ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ। ਆ ਜਿਹੜੀ ਰਿੱਧ ਸਿੱਧ ਸਾਰੀ ਆ ਜਾਂਦੀ ਨਾਮ ਜਪਣ ਕਰਕੇ, ਜਿਸ ਕਰਕੇ ਸਾਰੇ ਵੱਡੇ ਵੱਡੇ ਨਾਮ ਜਪਣ ਵਾਲੇ ਡੀਰੀਅਲ ਹੋ ਜਾਂਦੇ ਆ ਵੀ ਬਸ ਇੱਥੋਂ ਗਾਂ ਕੋਈ ਚੀਜ਼ ਨਹੀਂ, ਸਾਡੇ ਸ਼ਰੀਰ ਦੀ ਸਿੱਧੀ ਆ ਗਈ। ਉਹ ਲੋਕਾਂ 'ਚ ਸਾਰੀ ਮਾਨਤਾ ਵੱਧ ਜਾਂਦੀ ਹੈ। ਹੁੰਦਾ ਕੀ ਹੈ ਵੀ ਸੰਗਤਾਂ ਜ਼ਿਆਦਾ ਆ ਜਾਂਦੀਆਂ ਸਾਰੀਆਂ। ਗੱਲ ਕੀ ਹੈ? ਗੁੜ 'ਤੇ ਮੱਖੀਆਂ ਆਉਂਦੀਆਂ, ਗੁੜ ਮੈਲਾ ਹੋ ਜਾਂਦਾ, ਮੱਖੀਆਂ ਖੰਭ ਖਵਾ ਲੈਂਦੀਆਂ। ਇਸ ਕਰਕੇ ਜਿਹੜਾ ਨਾਮ ਨਵੇਂ ਨਿਧ ਰਿੱਧੀ ਸਿੱਧ ਸਾਡੀ ਪਹਿਲਾਂ ਹੀ ਜਪ 'ਚ ਪਿਲਰ ਗੱਡਿਆ। ਰਿੱਧ ਸਿੱਧ ਆਵਰਾ ਸਾਧ, ਇਹੋ ਸਵਾਦ ਹੈ। ਇਹ ਟਰੈਕ ਹੋ ਰਿਹਾ ਹੈ। ਇਹਦੇ 'ਚ ਤੁਸੀਂ ਨਾਮ ਨਹੀਂ ਪਾਓਗੇ, ਬਾਕੀ ਇਹ ਤਾਕਤਾਂ ਪਾਈ ਜਾਓਗੇ ਪਰ ਪਿੱਛੋਂ ਪਛਤਾਓਗੇ ਜਾ ਕੇ। ਇਸ ਕਰਕੇ ਨਾਮ ਨਵੇਂ ਨਿਧ ਪਾਈ। ਕਦੋਂ? ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਦਿਖਾਉਣੀਆਂ ਉਹਨਾਂ ਨੂੰ ਰੱਬ ਭੁੱਲ ਜਾਂਦਾ ਹੈ। ਅਗਲੀ ਚੜ੍ਹਾਈ ਤਾਂ ਹੋਣੀ ਜਦੋਂ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ, ਇੱਕ ਪਲ ਬਿਸਰਤ ਨਹੀਂ ਸੁਖ ਸਾਗਰ। ਨਾਮ ਨਵੇਂ ਨਿਧ ਪਾਈ, ਨਾਮ ਨਵੇਂ ਨਿਧ ਪਾਈ। ਤਾਂ ਜਾ ਕੇ ਭੇਟੇ ਸੰਤ ਸਹਾਈ, ਇਹ ਭੇਟੇ ਸੰਤ ਸਹਾਈ। ਇਸ ਪੰਨੇ ਦਾ ਸ਼ਬਦ 1 2 6 8 ਦੀਆਂ ਪਹਿਲੀਆਂ ਪਾਲਾਂ ਪਿਛਲੀ ਚੌਂਕੀ 'ਚ ਰਹਿ ਗਈਆਂ ਸੀ। ਅਸੀਂ ਉਹ ਸ਼ਬਦ ਦੀਆਂ ਹੁਣ ਪਹਿਲੀਆਂ ਪਾਲਾਂ ਵੀ ਰਿਕਾਰਡ ਕਰਾ ਰਹੇ ਹਾਂ। ਅਬ ਆਪਣੇ ਪ੍ਰੀਤਮ, ਅਬ ਆਪਣੇ प्रीतम, अब अपने प्रीतम, अब अपने प्रीतम स्यों बन आई। अब अपने प्रीतम स्यों बन आई, अपने प्रीतम स्यों बन आई। अब अपने प्रीतम स्यों बन आई। राजा राम रमत सुख पायो, राजा अकाल पुरख। राजा राम अकाल पुरख है, ਉਹ 'ਚ ਰਮੇ ਜਾਣਾ ਉਹ ਹੈ ਰੋਮ ਰੋਮ ਰਵਿਆ ਹਰ ਨਾਮ। ਸਾਰੇ ਜਿਸਮ ਦੇ ਰੋਮਾਂ ਦੇ ਵਿੱਚ ਉਹ ਰਵ ਜਾਂਦਾ ਹੈ। ਤੋ ਰਾਜਾ ਰਾਮ ਰਮਤ ਸੁਖ ਪਾਇਓ। ਔਰ ਐਸੀ ਅੰਦਰ ਅੰਮ੍ਰਿਤ ਦੀ ਵਰਸ਼ਾ ਹੁੰਦੀ ਜਿੱਦਾਂ ਮੇਘ ਬਰਸਣ ਲੱਗ ਪੈਂਦਾ ਅੰਦਰ। ਇੰਨੀ ਜ਼ੋਰ ਦੀ ਅੰਮ੍ਰਿਤ ਅੰਦਰ ਆਉਂਦਾ ਹੈ। ਸਾਰੇ ਕਈ ਵਾਰੀ ਜਿੱਦਾਂ ਸ਼ਾਵਰ ਸਿਰ 'ਤੇ ਲਈਦਾ, ਕੇਸੀ ਇਸ਼ਨਾਨ ਕਰਨ ਵੇਲੇ ਸ਼ਾਵਰ ਉੱਤੇ ਸਾਰਾ ਇੱਦਾਂ ਅੰਮ੍ਰਿਤ ਚੋਂਦਾ ਅੰਦਰ। ਇਹ ਦਸ਼ਾ ਸਭ ਤੋਂ ਉਤਲੀ ਸਟੇਜ ਤਾਂ ਹੈ ਵੀ ਇਹ ਸਭ ਤੋਂ ਪਹਿਲੀਆਂ ਤੁਕਾਂ ਇਹਨਾਂ ਨਾਲ ਰਹਾਉ 'ਚ ਜਾ ਕੇ ਸਮਾਉਣਾ ਹੈ। ਇਸ ਕਰਕੇ ਉੱਚ ਅਵਸਥਾ ਦੀਆਂ ਚੋਟੀ ਦੀਆਂ ਚੋਟਾਂ ਆਈਆਂ। ਕੀ ਆਇਆ? ਬਾਰਸ ਮੇਘ ਸੁਖਦਾਈ, ਇਹ ਬਾਰਸ ਮੇਘ ਸੁਖਦਾਈ। ਆ ਸਾਡਾ ਗੋਲ ਹੈ, ਇਸ ਗੋਲ ਤੱਕ ਪਹੁੰਚਣਾ ਹੈ। ਪਰ ਰਹਾਉ ਦੇ ਵਿੱਚ ਸਮਾਉਣੀਆਂ ਉਹ ਆਉਣਗੀਆਂ ਕਿੱਦਾਂ ਤੱਕਾਂ? ਆਪਣੇ ਆਪ ਮੂੰਹੋਂ ਡੜਿਆ ਕੇ ਰਹਾਉ ਨਿਕਲੇਗਾ। ਪਹਿਲਾਂ ਉਤਲੀਆਂ ਧਿਆਨ ਨਾਲ ਜੇ ਪੜ੍ਹੀਆਂ ਹੁਣ ਅਬ ਆਪਣੇ ਪ੍ਰੀਤਮ, ਅਬ ਲਫ਼ਜ਼ ਲਿਖਿਆ ਉਹ ਸਟੇਜ 'ਤੇ ਜਾ ਕੇ, ਪਹਿਲਾਂ ਨਹੀਂ। ਅਬ ਆਪਣੇ ਪ੍ਰੀਤਮ
बन आई, अब अपने प्रीतम श्याम बन आई। जिन चिकर ये दशा नहीं आनी, चिकर वो रुस्सा पिया है। ਉਹਦਾ ਸਤਿਗੁਰੂ ਹੈ, ਉਹਨੇ ਅੰਦਰ ਨਹੀਂ ਆਉਣਾ। ਉਹ ਦਿਆਲ ਹੋਊ, ਉਹ ਖੁਸ਼ ਹੋਊ ਤਾਂ ਸਾਰਾ ਸ਼ਬਦ ਦੀਆਂ ਕਲਾ ਵਰਤਣੀਆਂ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਨੀਏ। ਉਸ ਵਜੂਦ ਨੂੰ ਅਸੀਂ ਨਾਰਾਜ਼ ਕੀਤਾ, ਬਾਹਰਲਾ ਉਹਦੀ ਥਾਂ ਖੜਾ ਕਰਕੇ ਬੰਦਾ ਉਹਦੀ ਜਗ੍ਹਾ ਰੀਪਲੇਸ ਕੀਤੇ ਹੈ। ਇਸ ਕਰਕੇ ਉਹ ਸਤਿਗੁਰੂ ਖੁਸ਼ ਨਹੀਂ ਹੈ। और जदों सतगुरु खुश होया उदों आ डडिया के महल्ले पंजे के मूँहों निकलिया जिहड़ा कि वो सतगुरु का सिख है। वो कहता अब अपने प्रीतम स्यों बन आई, अब अपने प्रीतम स्यों बन आई। राजा राम रमत सुख पाया, राजा राम रमत सुख पाया। बारिश 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 मेघ सुखदाई। बरसे नहीं है हे मेघ, सुखा दे दाते बरस हुण तू। हुक्म ना बारिश मेघ सुखदाई। उस वेले ताकतां उस बियासी दे अंदर खड़ियां हुंदियां, तू हुक्म कर। महाराज ने हुक्म किया, बारिश मेघ सुखदाई। ये ओ हस्ती लिख रही है महला पंजवा, जरा तत्ती तवी तप रही है, उत्ते बैठे है, उत्तों तत्ती रेत पा रहे। जेठ हाड़ दे दिन है, जिन्हां धुप्पां च हरनां दियां पिट्ठां कालियां हो जांदियां। इन्नी गर्मी च वो हुक्म कर रहा, बारिश मेघ सुखदाई। बारिश मेघ सुखदाई, अब अपने प्रीतम स्यों बन आई, अपने प्रीतम स्यों बन आई। राजा राम राजा राम रमत सुख पाया, राजा राम रमत सुख पाया। बारिश 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 मेघ सुखदाई, बारिश मेघ सुखदाई। इत्थे रहो लाया, पहले ही रहो आ गया, पर ये कंडीशन किदां होई? पहली स्टेज तो बाद रहो तो बाद काम शुरू होया। एक पल बिसरत नहीं सुख सागर, एक पल बिसरत नहीं सुख सागर। नाम नवै निज पाई, नाम नवै निधे पाई। साथी पढ़न वाले निध नहीं कहना, निधे है, सियारी बुलानी है। नाम नवै निधे पाई, नाम नवै निधे पाई। अदोत भयो पूरन पावी को, अदोत भयो पूरन पावी को। आवे शब्दां ने शब्द खुलेगा। पूर्व कर्म अंकुर जब प्रगट है, तब भेटियो पुरख रस के बैरागी। जदों वो टाइम आ जाता किसी बीज के फुटण का अंदरों, इस तरह पूर्वले कर्मां करके वो ਐਵੇਂ नहीं पहला नहीं आता। खास बियासी ते टाइम है जदों ਉਹਦਾ अंकुर पिछला फुटदा है। जिद्दां कोई छोलियां दा दाना भे के रेत ते रख दो, ਉਹਨੂੰ पानी देई चलो थोड़ा थोड़ा, और ਉਹਨੂੰ सैलाब दे नाल कदी ਉਹਦੇ चों अंगूरी फुटेगी। इस तरह जिहड़ा अभ्यास करन वाला है वो चिंता ना करे। अकाल पुरख बड़ा इंसाफ पसंद आ, कप रब घा लिया किसी का एक तिल ना गवाए। पर जदों वो टाइम आ गया अंदरों फुटना शुरू हो जाना। वो है अदोत भयो पूरन पा, तो पुरख भेटिया जाता। तां लिखिया भेटे संत सहाय, भेटियो पुरख
ਉਹ ਨਹੀਂ ਹੈ ਵੀ ਉਹ ਪੁਰਖ ਰਸਕ ਬੈਰਾਗੀ ਹੈ, ਨਹੀਂ। ਜਦੋਂ ਉਹ ਭੇਟਿਓ ਪੁਰਖ ਫਿਰ ਤੇਰੇ 'ਚ ਰਸ, ਫਿਰ ਤੇਰੇ 'ਚ ਬਰਾਗ ਆਉਣਾ। ਇਹਦਾ ਉਲਟਾ ਭਾਵ ਨਹੀਂ ਕੱਢਣਾ। ਭੇਟਿਓ ਪੁਰਖ ਰਸ ਕੇ ਬੈਰਾਗੀ, ਫਿਰ ਜਿਹੜਾ ਅਭਿਆਸੀ ਹੈ ਉਹ ਰਸ ਉਹਨੂੰ ਅੰਦਰ ਮਿਲਦਾ ਔਰ ਫਿਰ ਬਰਾਗ 'ਚ ਆ ਜਾਂਦਾ ਵੀ ਹੁਣ ਮੈਂ ਰਾਜਾ ਰਾਮ ਵੀ ਦੇਖ ਲਵਾਂ। ਭੇਟੇ ਸੰਤ ਸਹਾਈ, ਇਹ ਭੇਟੇ ਸੰਤ ਸਹਾਈ, ਸੁਖ ਉਪਜੇ ਦੁਖ ਸਾਗਲ ਬਿਨਾਸੇ, ਸੁਖ ਉਪਜੇ ਦੁਖ ਸਾਗਲ ਬਿਨਾਸੇ, ਪਾਰ ਬ੍ਰਹਮ ਲਿਵ ਲਾਈ। ਆ ਗਿਆ ਸੰਤ, ਪਹਿਲਾਂ ਆਇਆ, ਉਸ ਤੋਂ ਬਾਅਦ ਪਾਰ ਬ੍ਰਹਮ ਆ ਗਿਆ। ਪਾਰ ਬ੍ਰਹਮ ਲਿਵ ਲਾਈ, ਪਾਰ ਬ੍ਰਹਮ ਲਿਵ ਲਾਈ। ਆ ਸੰਸਾਰ ਮਾਇਆ ਦਾ ਜੋ ਐਡਾ ਕਠਨ ਸੀ, ਐਡਾ ਵੱਡਾ ਪੈਸਾਫਿਕ ਓਸ਼ਨ ਸੀ, ਇਹ ਜਿਹੜਾ ਮਾਇਆ ਦਾ ਲੰਘਣਾ ਸੀ। ਮੈਂ ਕਹਿੰਦਾ, ਮਹਾਰਾਜ ਕਹਿੰਦੇ ਤਰ ਗਿਆ, ਤਰਿਓ ਸੰਸਾਰ ਕਠਨ ਭੈ ਸਾਗਰ, ਤਰਿਓ ਸੰਸਾਰ ਕਠਨ ਭੈ ਸਾਗਰ, ਹਰ ਨਾਨਕ ਚਰਨ ਤੇ ਆਈ। ਨਾਨਕ ਦੇ ਚਰਨ ਨਹੀਂ ਹੈ, ਕੱਲ ਵੀ ਕੀ ਕੀਤਾ ਸੀ, ਨਾਨਕ ਛਾਪ ਹੈ। ਹਰ ਦੇ ਚਰਨ, ਹਰ ਚਰਨ ਤੇ ਆਈ, ਨਾਨਕ ਜੋਤ ਦੀ, ਨਾਨਕ ਛਾਪ ਦੀ ਬਾਣੀ ਹੈ। ਜੇ ਕਿਤੇ ਇੱਧਰ ਲੱਗ ਗਏ, ਇਸੇ ਕਰਕੇ ਕਈ ਭੋਲੇ ਪਾਏ ਗੁਰੂ ਨਾਨਕ ਦੇ ਆਸ਼ਿਕ ਸਾਰੇ ਚੰਗੇ ਹੈ, ਰਾਸਤੇ 'ਤੇ ਪਏ ਹੈ, ਠੀਕ ਹੈ, ਪਰ ਗਾਈਡੈਂਸ ਨਹੀਂ ਠੀਕ। ਕਿਸੇ ਤਾਂ ਛਾਪ ਹੈ, ਕਿਸੇ ਤਾਂ ਕੁਛ ਹੈ। ਨਾਨਕ ਆਪਣੇ ਚਰਨ ਪਜਾਉਣ ਨਹੀਂ ਆਇਆ ਸੀ। ਸਾਰੀ ਗਰੀਬੀ ਬਾਣੀ 'ਚ ਲਿਖੀ ਹੈ। ਜੇ ਸਹੀ ਮੈਨੇ ਸਮਝਣੇ, ਜਿੱਥੇ ਤੁਸੀਂ ਸਮਝੋ ਵੀ ਇਹ ਛਾਪ ਹੈ, ਛਾਪ ਹੈ। ਜਿੱਦਾਂ ਸ਼ਾਇਰ ਕਵੀ ਲੋਕ ਆਪਣੀ ਕਵਿਤਾ 'ਚ ਤਖੱਲਸ ਲਾਉਂਦੇ, ਛੋਟਾ ਨਾਮ। ਤੋ ਇਹ ਨਾਨਕ ਜੋਤ ਦੀ ਸਾਰਿਆਂ ਮੱਲਿਆਂ ਦੀ ਬਾਣੀ ਚੱਲੂਗੀ, ਪਰ ਨਾਨਕ ਜੋਤ ਦੀ ਬਾਣੀ ਹੈ ਔਰ ਉਹ ਨਾਨਕ ਛਾਪ ਹੈ ਇੱਥੇ, ਅਤੇ ਇਸੇ ਕਰਕੇ ਸਾਰੀ ਬਾਣੀ ਸ਼ੁੱਧ ਬਚੀ ਰਹੀ। ਨਹੀਂ ਤਾਂ ਕਈ ਕਿਸਮ ਦੇ ਸ਼ਬਦ ਆ ਰਹੇ ਜਿਹਦੇ ਵਿੱਚ ਹੁਣ ਵੀ ਕਈ ਸਮਝਦੇ ਨਹੀਂ ਖਰੇ ਬਾਣੀ ਦਾ ਸ਼ਬਦ ਹੈ, ਨਹੀਂ। ਆ ਜੋਤ ਕਰਕੇ, ਇਸ ਕਰਕੇ ਸਾਰੀ ਬਾਣੀ ਬਚੀ ਰਹੀ। ਔਰ ਹਰੇ ਚਰਨ 'ਤੇ ਆਈ, ਮੈਂ ਰੱਬ ਦੇ ਚਰਨ 'ਤੇ ਆਈ, ਔਰ ਉਹ ਉਹੀ ਹੈ, ਆਪਣੇ ਚਰਨ 'ਚ ਪਾਇਆ ਨ ਵਿੱਚ ਦਾਖਲ, ਆਪਣੇ ਚਰਨ 'ਚ ਪਾਇਆ ਨ ਵਿੱਚ ਦਾਖਲ। ਕਿਸੇ ਗੁਰੂ ਨੂੰ ਧਿਆਨ 'ਚ ਨਹੀਂ ਲਿਆਉਣਾ, ਆਪਣੇ ਚਰਨ 'ਚ ਪਾਇਆ ਨ ਵਿੱਚ ਦਾਖਲ, ਆਪਣੇ ਚਰਨ 'ਚ ਪਾਇਆ ਨ ਵਿੱਚ ਦਾਖਲ। ਪੰਜੇ ਬੱਦੇ ਆਹੋ ਭੇਦ ਹੈ ਬਾਣੀ ਦਾ। ਸਾਡੇ 'ਚ ਪੰਜਾਂ ਨੂੰ ਮਾਰਨਾ ਨਹੀਂ ਹੈ। ਹਿੰਦੂ ਫਿਲਾਸਫੀ 'ਚ ਯੁੱਗਾਂ ਯੁੱਗਾਂ 'ਚ ਐਸ ਵੀ ਇਹਨਾਂ ਨੂੰ ਉੱਠਣ ਹੀ ਨਾ ਦਿਓ ਅੰਦਰੋਂ। ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਠਣ ਹੀ ਨਾ ਅੰਦਰੋਂ। ਤਪੱਸਿਆ ਕਰੋ ਇੰਨੀ ਜੰਗਲਾਂ ਜਾ ਕੇ ਸਾਰੇ। ਮਹਾਰਾਜ ਕਹਿੰਦੇ ਹੋ ਇਹਨਾਂ ਨੂੰ ਬੰਨ੍ਹ ਕੇ ਰੱਖੋ, ਇਹਨਾਂ ਕੋਲ ਕੰਮ ਲਓ। ਜੇ ਯੁੱਧ ਕਰਨਾ ਪਏਗਾ, ਲੜਾਈ ਕਰਨੀ ਪਏਗੀ, ਕ੍ਰੋਧ ਕਿੱਥੋਂ ਲਿਆਓਗੇ? ਉੱਥੇ ਕਹਿ ਦੋਗੇ ਵੀ ਮੇਰੀ ਇੱਕ ਗੱਲ 'ਤੇ ਚਪੇਗਾ ਦੋਸਤ, ਮਤਲਬ ਉੱਥੇ ਕ੍ਰੋਧ, ਜਿੱਥੇ ਕ੍ਰੋਧ ਜੰਗ 'ਚ ਆਉਣਾ। ਭਾਈ ਸਾਹਿਬ ਜੀ, ਮਿਲਟਰੀ ਦੇ ਜਿਹੜੇ ਰਹੇ ਆ ਮਿਲਟਰੀ 'ਚ, ਜਾਂ ਪੁਰਾਤਨ ਸਿੰਘ ਜਿੰਨੇ ਆ, ਜਿੰਨ 'ਚ ਕਰੋਨਾ 'ਚ ਕ੍ਰੋਧ ਨਹੀਂ ਦੁਸ਼ਮਣ ਦੇ ਅਗੇਂਸਟ ਆਉਂਦਾ ਸੀ, ਉਹ ਲੜ ਨਹੀਂ ਸਕਦੇ। ਉਹ ਐਂ ਉੱਠਦੇ ਸੀ, ਐਂ ਚੀਰ ਕੇ ਦੋ ਫਾੜ ਕਰ ਸੱਟਣਾ ਸਾਹਮਣੇ ਦੁਸ਼ਮਣ। ਹੁਣ ਇੱਥੇ ਕ੍ਰੋਧ ਕੰਮ ਨਹੀਂ ਆਉਂਦਾ। ਇਸ ਕਰਕੇ ਕ੍ਰੋਧ ਦੀ ਜ਼ਰੂਰਤ ਹੈ। ਜਿੱਥੇ ਕ੍ਰੋਧ ਹੈ ਉੱਥੇ ਸਭ ਕੁਛ ਕਰਨਾ ਹੈ। ਕਾਮ ਦੀ ਜ਼ਰੂਰਤ ਹੈ। ਤੁਸੀਂ ਇਨਸਾਨੀਅਤ ਦੀ ਉਤਪਤੀ ਬੰਦ ਕਰਨ ਦਾ ਠੇਕਾ ਲਿਆ। ਉਹ ਇਹ ਕੁਦਰਤੀ ਚੀਜ਼ਾਂ ਹੈ, ਇਸ ਕਰਕੇ ਇਹਨਾਂ ਨੂੰ ਮੌਕੇ 'ਤੇ ਜਿੰਨਾ ਵੀ ਹੈ ਇਹਨਾਂ ਨੂੰ ਬੰਨ੍ਹ ਕੇ ਰੱਖਣਾ। ਅਸੀਂ ਤੁਹਾਨੂੰ ਸਾਫ਼ ਪਿੰਡਾਂ ਵਾਲੀ ਮਿਸਾਲ ਦੇ ਦਾਂ ਵੀ ਜਿਸ ਵੇਲੇ ਸ਼ਿਕਾਰ ਚੜ੍ਹਦੇ ਆ ਕੁੱਤਿਆਂ ਨੂੰ ਲੈ ਕੇ, ਉਹਨਾਂ ਦੇ ਗਲਾਂ 'ਚ ਡੋਰੀਆਂ, ਔਰ ਡੋਰੀ ਉਹਨਾਂ ਦੇ ਹੱਥ 'ਚ ਹੁੰਦੀ ਹੈ ਪਈ, ਔਰ ਉਹ ਕੁੰਡੇ ਦੇ ਵਿੱਚੋਂ ਲੰਘ ਕੇ ਪਟੇ ਦੇ ਵਿੱਚੋਂ ਉਹਨਾਂ ਦੇ ਹੱਥਾਂ 'ਚ ਡੋਰੀਆਂ ਹੁੰਦੀਆਂ ਪੰਜ ਕੁੱਤਿਆਂ ਦੀਆਂ। ਔਰ ਜਿਸ ਵੇਲੇ ਸ਼ਿਕਾਰ ਨਿਕਲਦਾ, ਉਹ ਜਿਹੜਾ ਕੁੱਤਾ ਜਿਹਨੂੰ ਚਾਹੁੰਦੇ ਆ ਛੱਡਣਾ, ਉਹਦੀ ਡੋਰੀ ਢਿੱਲੀ ਕਰ ਦਿੰਦੇ, ਉਹ ਕੜੇ 'ਚੋਂ ਨਿਕਲ ਕੇ ਉਹ ਭੱਜ ਕੇ ਜਾ ਕੇ ਤੇ ਸ਼ਿਕਾਰ ਨੂੰ ਫੜ ਲੈਂਦਾ। ਇਸ ਕਰਕੇ ਇਹਨਾਂ ਨੂੰ ਬੰਨ੍ਹ ਕੇ ਰੱਖਣਾ, ਮਾਰਨਾ ਨਹੀਂ ਆ। ਇਹੋ ਸਾਡੀ ਗ੍ਰਸਥ ਫਿਲਾਸਫੀ ਔਰ ਇਹੋ ਗੁਰੂਆਂ ਦਾ ਸਹਿਜ ਮਾਰਗ ਹੈ। ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ, ਔਰ ਬੰਨਣੇ ਗੁਰਮੰਤਰ ਦੇ ਨਾਲ। ਸੱਚਾ ਟੋਆ ਹੈ ਹੀ ਗੁਰਮੰਤਰ, ਪਰਮੇਸ਼ਰ ਦਾ ਨਾਮ। ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ,
ਬੱਧੇ ਮਹਾਬਲੀ ਕਰ ਸੱਚਾ ਢੋਆ। ਅਸੀਂ ਸਦਾ ਲਈ ਦੱਸ ਦਈਏ ਬਸੰਤ ਕੀ ਵਾਰ ਮਹਿਲ ਪੰਜਵਾਂ ਲਿਖਿਆ, ਮਹੱਲਾ ਨਹੀਂ ਹੈ, ਪਤਾ ਨਹੀਂ ਕਰਨਾ ਪੈਂਦਾ ਆ ਰਿਹਾ ਜੇ ਨਹੀਂ, ਪਰ ਬਸੰਤ ਕੀ ਵਾਰ ਮਹਿਲ ਪੰਜਵਾਂ। ਔਰ ਸਾਰੀਆਂ ਢਾਡੀਆਂ ਦੀਆਂ ਵਾਰਾਂ ਜਿਹੜੀਆਂ ਆਈਆਂ ਸਭ ਤੋਂ ਛੋਟੀ ਵਾਰ ਹੈ, ਇਹਦੇ 'ਚ ਸਲੋਕ ਕੋਈ ਨਹੀਂ ਹੈ। ਔਰ ਗੁਰੂ ਅਰਜਨ ਪਾਤਸ਼ਾਹ ਦੀ ਐਸੀ ਇਹ ਵਾਰ ਹੈ ਜਿਹੜੀ ਬਸੰਤ ਰਾਗ ਦੀ ਪੋਥੀ 'ਚ ਲੱਗੀ। ਇਹ ਨਹੀਂ ਵੀ ਇਹ ਬਸੰਤ ਰਾਗ 'ਚ ਪੌੜੀ ਪੜ੍ਹ ਹੀ ਨਹੀਂ ਸਕਦੇ, ਢਾਡੀਆਂ ਦੀਆਂ ਵਾਰਾਂ ਉਸ ਪੋਥੀਆਂ 'ਚ ਉਹਦਾ ਸਾਈਜ਼ ਠੀਕ ਕਰਨ ਲਈ, ਇੱਕੋ ਜਿਹੇ ਵਾਲੀਅਮ ਰੱਖਣ ਲਈ, ਤਾਂ ਕਿ ਉਹ ਕੈਰੀਏਬਲ। ਹੁਣ ਸਾਰਾ ਪੋਥੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਜਿੱਥੇ ਇਹਦੀ ਪਛਾਣ ਦੇਣ ਲਈ ਵੀ ਬਸੰਤ ਵਾਰ ਜਿਹੜਾ ਬਸੰਤ ਰਾਗ ਆ ਉਹਦੇ ਵਿੱਚ ਇਹ ਪੌੜੀ ਆਏਗੀ। ਤੋ ਬਸੰਤ ਕੀ ਵਾਰ ਮਹਿਲ ਪੰਜਵਾਂ। ਔਰ ਇਹ ਐਸੀ ਪੌੜੀ ਹੈ ਜਿਹੜੀਆਂ 3 ਹੀ ਪੌੜੀਆਂ, ਸਲੋਕ ਕੋਈ ਨਹੀਂ। ਔਰ ਇਹ ਅਸੀਂ ਵਿੱਚ ਕੇਵਲ ਹੀ ਸੈਂਟਰਲੀ ਪੌੜੀ ਪੜ੍ਹ ਰਹੇ ਹਾਂ। ਪੰਜੇ ਬੱਧੇ ਔਰ ਰਾਗ 'ਚ ਨਹੀਂ ਪੜ੍ਹੀ ਜਾਏਗੀ, ਜੇ ਆ ਢਾਡੀਆਂ ਦੀ ਟਿਊਨ 'ਚ ਪੜਾਂਗੇ ਤਾਂ ਠੀਕ ਬੈਠੇਗੀ। ਪੰਜੇ ਬੱਧੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਕਰ ਸੱਚਾ ਢੋਆ। ਵਾਹਿਗੁਰੂ 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 ਵਾਹਿਗੁਰੂ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆ ਢੋਆ ਆ ਗਿਆ ਅੱਗੇ, ਆਪਣੇ ਚਾਰ ਆਪਣੇ ਚਾਰ ਆਪਣੇ ਚਾਰ। ਵਾਹਿਗੁਰੂ 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 ਵਾਹਿਗੁਰੂ। ਇਹ ਆਪਣੇ ਚਰਨ ਜਪਾਇਆਂ ਵਿੱਚ ਦਉ ਖਲੋਆ। ਇਹ ਆਪਣੇ ਚਰਨ ਜਪਾਇ ਵਿੱਚ ਦਉ ਖਲੋਆ। ਸਭ ਬਿਮਾਰੀਆਂ ਦਾ ਇਲਾਜ ਹੋ ਗਿਆ, ਪਰ ਜਦੋਂ ਅੰਦਰ ਸਤਿਗੁਰੂ ਹੋ ਗਿਆ ਤੇ ਪਹਿਲਾਂ ਨਾ ਦਵਾਈਆਂ ਛੱਡ ਦਿਓ। ਕਈ ਵੀ ਅਸੀਂ ਕਹੀਂ ਜੀ ਲੋਕ ਕੋਈ ਨਾ ਸਰਵ ਰੋਗ ਕਾ ਔਖਦ ਨਾਮ, ਉਹ ਪਹਿਲੀ ਤੁਕ ਨਹੀਂ ਸਾਡੇ 'ਤੇ ਵਰਦੀ, ਉਹ ਬਹੁਤ ਉੱਚੀ ਅਵਸਥਾ ਅਗਲੀ ਵਰਦੀ ਹੈ। ਕਲਿਆਣ ਰੂਪ ਮੰਗਲ ਗੁਣ ਗਾਮ, ਜਿਹੜਾ ਅਸੀਂ ਗੁਣ ਗਾਉਣੇ ਆ, ਨਾਮ ਜਪਦੇ ਹਾਂ ਜਿਹੜਾ, ਉਹ ਪਹਿਲਾਂ ਕਲਿਆਣ ਰੂਪੀ ਹੋਣਾ। ਪਰ ਸਾਰੇ ਰੋਗ ਕਦੋਂ ਮਿਟਣੇ ਆ? ਜਦੋਂ ਆ ਅਵਸਥਾ ਆ ਗਈ, ਰੋਗ ਸੋਗ ਸਭ ਮਿਟੇ ਨਿਤ ਨਵਾਂ ਨਰੋ। ਇਹ ਰੋਗ ਸੋਗ ਸਭ ਮਿਟੇ ਨਿਤ ਨਵਾਂ ਨਰੋ। ਨਿਤ ਨਵਾਂ ਨਰੋ। ਇੱਕ ਦਿਨ ਨਹੀਂ ਮਿਸ ਚੜਾਈ ਬੰਦ ਕਰੇਗਾ ਅਕਾਲ ਪੁਰਖ, ਐਡਾ ਮਿਹਰਬਾਨਾ। ਨਿਤ ਦੇਵੇ ਚੜੇ ਸੋਇਆ। ਅਭਿਆਸੀ ਕਰਕੇ ਦੇਖ ਲਿਓ, ਉਹਨੂੰ ਨਿਤ ਨਵੀਂ ਚੀਜ਼ ਸਵੇਰੇ ਹਰ ਵੇਲੇ ਅਭਿਆਸ 'ਚ ਰੋਜ਼ ਮਿਲੇਗੀ। ਨਿਤ ਨਵਾਂ ਨਰੋ ਨਿਤ ਨਵਾਂ ਨਰੋ। ਇਹ ਰੋਗ ਸੋਗ ਸਭ ਮਿਟੇ ਗਏ ਨਿਤ ਨਵਾਂ ਨਰੋ। ਰੋਗ ਸੋਗ ਸਭ ਮਿਟੇ ਗਏ ਨਿਤ ਨਵਾਂ ਨਰੋ। ਪਰ ਕੀ ਹੋ ਗਿਆ? ਧਿਆਨ ਦੀ ਅਵਸਥਾ ਤੇ ਚਲੇ ਗਿਆ। ਦੇਨ ਰਹਿਣ ਨਾਮ ਧਿਆਨ, और डेथलेस हो गया। फिर पाए नमो दिन रहन नाम ਧਿਆਏ ਲਾ। फिर पाए नमो। ਉਹ ਜਿਹੜੀ ਆਤਮਾ ਪਰਮ ਆਤਮਾ ਨਾਲੋਂ ਵਿਛੜ ਗਈ ਸੀ, ਉਹ ਮੁੜ ਕੇ ਪਰਮਾਤਮਾ ਰੂਪ ਕੀ, ਉਹ ਸਮੁੰਦਰ 'ਚ ਕਤਰਾ ਮਿਲ ਗਿਆ, ਜਾ ਕੇ ਸਮੁੰਦਰ ਰੂਪ ਹੋ ਗਿਆ। ਜਿਸ ਤੇ ਉਪਜਿਆ ਨਾਨਕਾ ਸਹੀ ਫਿਰ ਹੋਆ। ਜਿਸ ਤੇ ਉਪਜਿਆ ਨਾ ਸੋਈ ਫਿਰ ਹੋਆ। ਇਹ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇ ਆਪਣੇ ਚਰਨ ਹਰ ਨਾਨਕ ਚਰਨ ਧਿਆਈ। ਹਰ ਨਾਨਕ ਚਰਨ ਧਿਆਈ। ਹਰ ਨਾਨਕ ਚਰਨ ਧਿਆਈ। ਹਰ ਨਾਨਕ ਚਰਨ ਧਿਆਈ। ਕਦੋਂ ਭੇਟੇ ਸੰਤ ਸਹਾਈ। ਭੇਟੇ ਸੰਤ ਸਹਾਈ। ਭੇਟੇ ਸੰਤ ਸਹਾਈ।
भेटे संत सहाय। पिछली शब्द चौंकी का जोड़े शब्द है वो सी पन्ना 190 सीरीयल नंबर 7 190 पन्ने के उत्ते असी फिर चकते हाँ अखीरली लाइन जिस शब्द की वो है जिस पेटत गते भई हमारी। मोहल्ला पंजवा अपनी आटोबायोग्राफी लिख रहा। उन्होंने दी कहानियां गुरुआं मतलब पाउणियां झूठ दे पलंदे है। किसी ने नहीं देखिया भी गुरु ने इस वेले आ गल कही सी या सारी वो कहानियां दी चाल है, लेकिन ये सारा झूठ है, कूड़ है। जो उन्होंने शब्द है वो उदा का उन्होंने जीवन सी। हुण महला पंजवा अपना जीवन दस रहा है भी एक मैं चीज़ भेटी अंदर ਉਹਦੇ ਨਾਲ मेरी गत होई जिस और जिस दे सस्से नूं औंकड़ है, होर किसी चीज़ दे नाल नहीं। आ औंकड़ दा भेद है, हाईलाइट करदा है उस चीज़ नूं। जिस भेटत गते पै मैं देह वाला संत नहीं भेटिया, कोई देह वाली चीज़ नहीं। जिस भेटत गते पै जिस भेटत गते पै और इस संत साध सतगुरु नूं गुर किया है। कहो नानक तिस गुर बाले है। फिर सस्से नूं औंकड़ आ गया, तिस नूं उधर जिस नूं आव है बाणी दी खोज। आ औंकड़ां दा फायदा किन्नू जिस च जवाब है, तिस दे विच भी किन्नू मैं किहड़े गुर तों बलिहारी जावां जिहदी देह है बाहर। गुरु डम खत्म है, इत्थे दे डम खत्म है। इस करके मैं कहंदा कहो नानक तिस गुर बलिहारी। कहो नानक तिस गुर बलिहारी। औंकड़ां दे इंपोर्टेंस औंकड़ां दा एड्डी वड्डी चीज़ है। इसे करके असीं कौम नूं बेनती कर रहे हैं भी जो भी पुरानियां बीड़ां दे विच सिन्ने औंकड़ है, हज़ारां दी गिणती च नवीआं बीड़ां चों औंकड़ और सियारियां गायब है। साडा खजाना नाश हो रहा है, लेकिन उन्होंने पता नहीं है जिन्होंने किया कसूर किसी का नहीं है। ऐस भेदां नूं जदों समझांगे तां इस चीज़ दी वो कहंदे फालतू लगी है। तिस दे थल्ले औंकड़ लाउण दा की फायदा जी, जिस दे अंगे थल्ले औंकड़। कोई इनू ग्रैमर च लपेट रहा भी सिंगुलर पलूरल बनाउंदा औंकड़ जां फलाओ भाई ये फंक्शन सतगुरु नालों नैक्सट दर्जे ते है। जिन्ने फंक्शन भाई साहब जी इस औंकड़ दे है उन्ने असी बाणी च देख रहे हैं। भावें रब दे जां उहदे लैफ्टिनेंट स्वरूप सतगुरु दे होणगे, पर इन्ने गुण ऐस औंकड़ जिहड़ा हज़ारां दी गिणती च अनभोल ही सतसंगम हो रहे हैं। असीं कहने हैं सारियां बीड़ां रल के सारे जिहड़ी जिन्हां कोल इन्ना पैसा है, सारियां इन्हां कोल सारियां संस्थावां कोल जां सारा इन्ना, वो सब तो पहला अपने गुरु साडा ज्ञान गुरु है। दसम पातशाह के मुताबक ज्ञान गुरु है। ਉਹਦੀ सूरत ना बिगड़न दा ਉਹਦੇ अंग है सारे। लफज शुद्ध पढ़ना सारा उस गुरु का स्वरूप। असी सारे जिन्हां सिखां नाल सारी उम्र लाती है, उन्होंने कोल खजाना है। कौम उन्हां कोल जाए और सारियां पुरानियां बीड़ियां जिन्होंने इन्नी सारी उम्र ला के और कढ़े है उसके मुताबिक गुटके छापने, थोड़ी थोड़ी बाणी छापनी शुरू करिए भी ये पिछली औंकड़ा करके। और पहला जो हो चुका है उन्होंने किसी का कसूर नहीं है, वो भी बाणी हत्थां से पहुँच चुकी है। लेकिन औंकड़ दे ऐसे हुण तिस दे थल्ले और जिस दे थल्ले कनैक्शन है। इस करके जिस भेटत गत पई, जिस भेटत गत पई कहो नानक तिस गुर बलिहारी। 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 कहो नानक तिस
ਅਸੀਂ ਢਾਲ ਰਹੇ ਹਾਂ ਭੋਪਾਲੀ ਰਾਗ ਦੇ ਵਿੱਚ। ਕਹੋ ਨਾਨਕ ਜਿਸ ਗੁਰ ਬਲਿਹਾਰੀ, ਕਹੋ ਨਾਨਕ ਜਿਸ ਗੁਰ ਬਲਿਹਾਰੀ। ਕਿਹੜਾ ਗੁਰ ਦੇ ਵਾਲਾ ਨਹੀਂ, ਜਿਸ ਭੇਟ ਗੱਤੇ ਪਈ ਹਮਾਰੀ, ਜਿਸ ਭੇਟ ਗੱਤੇ ਪਈ ਹਮਾਰੀ। ਸ਼ਬਦ ਇੱਥੇ ਸ਼ੁਰੂ ਹੁੰਦਾ, ਹਰ ਉੱਚੀਆਂ ਚੋਟੀਆਂ ਤੋਂ ਸ਼ੁਰੂ ਹੋ ਕੇ ਰਹਾਉ 'ਚ ਤੁਕਾਂ ਪਹਿਲੀਆਂ ਸਮਾਉਣੀਆਂ ਹੈ। ਸਦਾ ਲਈ ਗਿਆਨ ਦੀ ਸਾਂਝ ਕਰ ਲਈਏ ਸਰੋਤਿਆਂ ਨਾਲ। ਰਹਾਉ ਤੋਂ ਪਹਿਲਾਂ ਵੀ ਏਕਾ ਲਿਖਿਆ ਹੋਏਗਾ, ਉਹਨੂੰ ਇੱਕ ਰਹਾਉ ਨਹੀਂ ਕਹਿਣਾ। ਜੇ ਇੱਕ ਰਹਾਉ ਕਹਾਂਗੇ ਤਾਂ ਸਾਰੇ ਜਿੱਥੇ ਜਿੱਥੇ ਸਟੈਂਡੇ, ਜਿੱਥੇ ਬੰਦ ਖਤਮ ਹੁੰਦੇ ਆ, ਉੱਥੇ ਦੋ ਲਫ਼ਜ਼ ਵੀ ਬੋਲਣੇ ਪੈਣਗੇ, ਤੀਸਰਾ ਲਫ਼ਜ਼ ਵੀ ਬੋਲਣਾ ਪਏਗਾ, ਚੌਥਾ ਵੀ ਕਹਿਣਾ ਪਊ। ਨਹੀਂ, ਰਹਾਉ ਹੀ ਹੈ ਇਕੱਲਾ, ਔਰ ਉਹਦੇ ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਊੜੇ ਨੂੰ ਔਂਕੜ ਰਹਾਉ ਹੈ। ਸਾਰੇ ਸ਼ਬਦ ਦਾ ਐਕਸਲ ਜਿਹਦੇ ਦੁਆਲੇ ਸਾਰਾ ਸ਼ਬਦ ਦਾ ਪਹੀਆ ਪਾਉਂਦਾ ਹੈ। ਇਸ ਕਰਕੇ ਉਹ ਜਿਹੜਾ ਰਹਾਉ ਹੈ, ਉੱਥੋਂ ਜੇ ਪਹਿਲੀਆਂ ਤੁਕਾਂ ਹੈ, ਉਹਦੇ ਤੋਂ ਬਾਅਦ ਵੀ ਏਕਾ ਲਿਖਿਆ ਹੋਵੇਗਾ। ਆਹ ਹੈ ਵੀ ਜਿਹੜੀਆਂ ਪਹਿਲਾਂ ਕਈ ਵਾਰੀ ਰਹਾਉ ਤੋਂ ਹੀ ਸ਼ੁਰੂ ਹੋਏਗਾ ਸ਼ਬਦ, ਲੇਕਿਨ ਰਹਾਉ ਤੋਂ ਪਹਿਲੀਆਂ ਜਿੱਥੋਂ ਚੋਟੀ ਦੀਆਂ ਤੁਕਾਂ ਤੁਰ ਕੇ ਉੱਥੋਂ ਬਾਅਦ ਜਿਹੜਾ ਬੰਦ ਖਤਮ ਹੋ ਗਿਆ, ਉੱਥੇ ਵੀ ਏਕਾ ਲਿਖਿਆ ਹੈਗਾ। ਅੱਗੇ ਜਿੱਥੇ ਜਾ ਕੇ ਰਹਾਉ 'ਚ ਸਮਾਉਣਾ, ਉੱਥੇ ਵੀ ਏਕਾ ਲਿਖਿਆ ਹੋਵੇ। ਇਸ ਕਰਕੇ ਸਾਰੀਆਂ ਤੁਕਾਂ ਦਾ ਕਨੈਕਸ਼ਨ ਹੈ। ਔਰ ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਚੱਲੇਗਾ। ਆਓ ਪਹਿਲਾਂ ਕੀ ਮਿਟਿਆ ਸਭ ਤੋਂ ਵੱਡੀ ਕਲੇਸ਼ ਕੀ ਹੋਈ ਭਾਈ ਸਾਹਿਬ ਜੀ? ਕਿਸੇ ਘਰ 'ਚ ਕਲੇਸ਼ ਪਿਆ ਹੋਏ ਨਾ, ਭਾਵੇਂ ਆਪਣੇ ਟੱਬਰ ਦੇ ਵਿੱਚ ਆਪਸ ਦੀ ਲੜਾਈ ਦਾ ਹੋਏ, ਆ ਜਿਹੜਾ ਕਲੇਸ਼ ਦਾ ਲਫ਼ਜ਼ ਹੈ, ਵਸਦਾ ਘਰ ਵਸਦਾ ਸਾਰੇ ਸਾਰੇ। ਜਿਸ ਘਰ 'ਚ ਕਲੇਸ਼ ਪੈ ਜਾਏ ਨਾ, ਉਹ ਨਰਕ ਦਾ ਨਮੂਨਾ। ਨਰਕ ਹੋਰ ਕੋਈ ਨਹੀਂ ਹੈ ਜਿੱਥੇ ਕਲੇਸ਼ ਪੈ ਜਾਏ ਘਰ ਦੇ ਵਿੱਚ। ਉਹ ਮਹਾਰਾਜ ਫਿਰ ਕਹਿੰਦਾ ਪਹਿਲਾਂ ਤਾਂ ਇਹ ਕਲੇਸ਼ ਮਕਾਉਂਦਾ ਹੈ ਉਹ ਚੀਜ਼। ਕਲ ਕਲੇ ਗੁਰ ਸਭ ਦੇ ਨਿਵਾਰੇ, ਇਹ ਉਹਨਾਂ 'ਚ ਪੈਂਦਾ ਜਿੱਥੇ ਸ਼ਬਦ ਦੀ ਕਮਾਈ ਨਹੀਂ ਹੈ। ਜੇ ਸ਼ਬਦ ਨਾਲ ਨਹੀਂ ਜੁੜੇ, ਨਾ ਸ਼ਬਦ ਦਾ ਗਿਆਨ ਲੈਂਦੇ ਆ, ਨਾ ਸ਼ਬਦ ਦੀ ਕਮਾਈ ਕਰਦੇ ਜਪਣ ਵਾਲੇ ਦੀ, ਉਹਦੇ ਵਿੱਚ ਕਲਯੁਗ ਦੇ ਵਿੱਚ ਉਹਨਾਂ 'ਚ ਕਲੇਸ਼ ਸਦਾ ਰਹੇਗਾ। ਕਲੇ ਕਲੇ ਸ਼ਬਦ ਨਿਵਾਰੇ, ਇਹ ਕਲੇ ਕਲੇਸ਼ ਗੁਰ ਸ਼ਬਦ ਨਿਵਾਰੇ। ਆਵਣ ਜਾਣ ਰਹੇ ਸੁਖ ਸਾਰੇ, ਆਵਣ ਜਾਣ ਨਹੀਂ ਵੀ ਮਰਨ ਜਨਮ ਤੋਂ ਮੁਕਤ ਹੋ ਗਿਆ। ਆਵਣ ਜਾਣ ਹੈ ਮਨ ਦਾ ਆਉਣਾ ਜਾਣਾ ਬਾਹਰ। ਜਦੋਂ ਇਹ ਮਨ ਟਿਕ ਗਿਆ ਅੰਦਰ, ਪਹਿਲੇ ਕਲੇਸ਼ਾਂ 'ਚ ਸਾਰਿਆਂ 'ਚ ਉੱਧਰ ਆਦਰ ਇਹਨੂੰ ਅੰਦਰ ਬਾਹਰ ਆਉਂਦਾ ਸੀ, ਲੇਕਿਨ ਸਾਰੇ ਸੁੱਖ ਮਿਲ ਗਏ ਜਦੋਂ ਇਹਦਾ ਆਉਣਾ ਜਾਣਾ ਬੰਦ ਹੋ ਗਿਆ ਬਾਹਰ। ਆਵਣ ਜਾ ਰਹੇ ਸੁਖ ਸਾ ਰਹੇ ਆਇਆ ਹੈ, ਰਹੇ ਹੈ ਮਨ ਰਹਿ ਜਾਂਦਾ ਹੈ ਅੰਦਰ ਬਾਹਰ ਜਾਣਾ। ਆਵਣ ਜਾ ਰਹੇ ਫਿਰ ਕਹੀਏ ਕਲੇ ਕਲੇ ਗੁਰ ਸਭ ਦੇ ਨਿਵਾਰੇ। ਹੈ ਕਿ ਨਹੀਂ? ਸਾਰੀ ਮੈਨ ਕਾਇੰਡ ਦੇ ਕਲ ਕਲੇਸ਼ ਮਿਟ ਸਕਦੇ। ਸਾਰੀ ਦੁਨੀਆ 'ਚ ਸ਼ਾਂਤੀ ਕਿਉਂ ਨਹੀਂ? ਲੱਖਾਂ UNO ਬਣਾ ਲਓ, ਤੁਹਾਨੂੰ ਆ ਅੰਦਰਲੀ ਚੀਜ਼ ਨਹੀਂ ਆਉਣੀ। ਬਾਹਰ ਭਾਵੇਂ ਚੰਦਰਮਾ ਤੱਕ ਪਹੁੰਚ ਜਾਓ, ਪਰ ਇਨਸਾਨੀਅਤ ਜੇ ਦੁੱਖ ਮਿਟਣਗੇ ਤਾਂ ਇਹਨਾਂ ਸ਼ਬਦਾਂ ਨਾਲ ਮਿਟਣਗੇ। ਔਰ ਸ਼ਬਦ ਕਿਸੇ ਹਸਤੀ ਵੱਲ, ਕਿਸੇ ਗੁਰੂ ਵੱਲ, ਕਿਸੇ ਦੇਹ ਵੱਲ, ਕਿਸੇ ਖਾਸ ਰਿਲੀਜਨ ਨਹੀਂ ਲਾ ਰਹੇ। ਉਹ ਸਾਂਝੇ ਸਤਿਗੁਰੂ ਲਈ ਲਾ ਰਹੇ ਆ, ਜਦੋਂ ਕਿ ਮੋਜ਼ਸ ਦਾ ਸਤਿਗੁਰੂ ਉਹ, ਭਗਤ ਕਬੀਰ ਦਾ ਸਤਿਗੁਰੂ ਉਹ, ਕਰਾਈਸਟ ਦਾ ਸਤਿਗੁਰੂ ਉਹ, ਹਜ਼ਰਤ ਮੁਹੰਮਦ ਸਾਹਿਬ ਦਾ ਉਹੀ ਅੱਲਾ। ਇਸ ਕਰਕੇ ਉਹ ਸਾਰੇ ਇੱਕ ਚੀਜ਼ ਦਾ ਅੱਲਾ, ਉਹ ਰੱਬ ਵੱਲ ਨਹੀਂ ਬੰਦਾ ਹਟਿਆ। ਔਰ ਉੱਥੋਂ ਬਾਅਦ ਇਹ ਜਿਹੜੇ ਕਲ ਕਲੇਸ਼, ਇਹ ਸਾਰੇ ਉਹਦੇ ਸ਼ਬਦ, ਉਹਦੇ ਨਾਮ, ਉਹਦੇ ਬਚਨ, ਉਹਦੇ ਜੋ ਵੀ ਲਫ਼ਜ਼ ਆਏ ਹੈ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਸਭ ਕੁਛ ਠੀਕ ਹੋ ਜਾਣਾ। ਕਲੇ ਕਲੇ ਗੁਰ ਸਭ ਦੇ ਨਿਵਾਰੇ, ਕਲੇ ਕਲੇ ਸਭ ਦੇ ਨਿਵਾਰੇ। ਜਿੰਨੇ ਵੀ ਸਤਿਗੁਰ ਦੇ ਸਿੱਖ ਹੋਏ ਆ ਸਾਰੇ ਹੀ ਕਰਾਈਸਟ, ਜਿੰਨੇ ਵੀ ਜੇ ਵੱਡੇ ਵੱਡੇ ਹੈ ਰਿਲੀਜਨਾਂ ਦੇ ਹੈਡ, ਉਹ ਇਸੇ ਕੰਮ ਲਈ ਆਏ ਸੀ। ਕਰਾਈਸਟ ਲਿਖਦਾ, ਆਈ ਹੈਵ ਕਮ ਇਨ ਦਿਸ ਵਰਲਡ ਫਾਰ ਵਰਲਡ ਐਂਡ ਵਿਲ। ਮੈਂ ਉਹਦੇ ਹੁਕਮ ਔਰ ਉਹਦੇ ਸ਼ਬਦ ਲਈ ਆਇਆ ਹੈ। ਵਰਡ ਸ਼ਬਦ ਔਰ ਵਿਲ ਹੈ ਉਹਦਾ ਹੁਕਮ। ਇਸ ਕਰਕੇ ਇਹ ਜਿਹੜੀਆਂ ਵੱਲਾਂ ਗੱਲਾਂ ਲਿਖੀਆਂ ਪਈਆਂ ਸਮਝ ਤਾਂ ਨਹੀਂ ਆ ਰਹੀਆਂ। ਅਸੀਂ ਸਾਰਿਆਂ ਨੂੰ ਇੱਕੋ ਲਾਈਟ 'ਚ ਨਹੀਂ ਦੇਖਦੇ। ਔਰ ਸਾਡੇ ਸ਼ਬਦ ਜਿਹੜੇ ਹੈ ਇਹਨਾਂ ਨੇ ਸਾਰੇ ਥੀਸਸ ਨੂੰ ਜੱਫੀ ਪਾਈ ਹੈ।
जिन्ने भी मजहब है सारे कहते इक्को इसे करके सब सगल सांझी बाणी है। और जड़ा गुर शब्द है वो शब्द कोई परमेश्वर का नाम जप लो वो एक शब्द लिख दिता साझा लफ्ज़। लेकिन गल ये है भी अपने अपने गुरु का शब्द जपो जिहदे कोल दीखित होयो। तो कलयुग च महाराज कहते हैं कले कले गुर शब्द निवाए, कले कले आवन जान रहे सुख सारे, से निर्भय हार प्याया। और हो दी तो कारी थोड़ी जी असी बड़ी भारी गुंझल है भी मैं निडर हो के रब नूं ते आया। भौ दा लफ्ज़ डर ते भी है, भौ दा लफ्ज़ भौं ते भी है। भौना पंजाबी दा शुद्ध पिंडा थां दा लफ्ज़। यार मैनूं ते बड़े भौं चढ़ गए। साडा मन माया च पाउंदा है। निरभौ का मतलब है निरभौ। और यो ही करैक्टर है साढ़े सतगुरु का जोड़ा पहला लिखिया निरभौ निर्वैर अकाल मूर्ते अजूनी सैभंग। वो माया च नहीं पाਉਂਦਾ, बाकी सारी दुनिया माया च पा रही। वो निरभौ है। इस करके मैं निरभौ हो के हर ते आया। इत्थे फिर भै आ गया निरभौ की जगह। भै बिन से भै दे दो मतलब है। भै मैंने डर भी है और भै मैंने माया भी है। भै विच इंद सहे सिरवाओ, भै विच चलने लख दरियाओ, भै विच सारी वो भै की पौड़ी पढ़ो। वो भै है माया। सारे माया च फिर रहे ने। भै दे दो लफ्ज़ है, दो मैंने जे ना लाओगे तो किते आन के अड़कन पै जूगे कि भै। असी एक रहाओ की तुक ना खोल दें कबीर साहब जी ना। बिखे बाज हर राज समझ मन बावरा ने, निरभै होए ना हर भजे मन बावरा रे, गयो ना राम जहाज रहाओ। तू निरभै हो के, इसका मतलब रब तू निडर हो के सानू जपड़ा। साढ़े अंदर कोई भै ना, वो है भी माया तू परे हो के। माया की है और शब्द पढ़ के देखो किते है निरभै होए ना हर भजे मन बावरा रे, गयो ना राम जहाज। जिहड़ा राम शब्द का जहाज है तो उन्होंने फड़दा ही नहीं। इस करके पहला शब्द शुरू कर दिओ। पहला सब तू वड्डी आ इनू काम का फाहा वड सैक्स का। हस्तनी मन बावरा रे, काल भूत हाथी च सब तो ज़्यादा सैक्स हुंदा काम। और मरदा ही इसे चीज़ ना। ਉਹਦੀ एक कलबूत जे हथनी का कागज़ां का बना के डूंघे सारे टोए ते कानियां दी छत्तां ऑर्डीनरी आर्टिफिशियल छत्त पा के ਉਹਦੇ उत्ते एक हथनी ਦਾ कागज़ां की हथनी बना के जंगल च उत्थे टोआ कढ़ के हाथी दे फड़न का तरीका। काल भूत की हस्तनी, कलबूत की हस्तनी मतलब कागज़ां की कलबूत जिहा बनाया ਉਹਦੀ शक्ल वर्गी। हाथी आउंदा काम च और उस हथनी दे सने टोए दे विच सारा डिग पैंदा, उत्थे फड़ लैंदे। काल भूत की हस्तनी मन बावरा रे, अंकस सयो शीस। काल भूत की हस्तनी मन बावरा रे, नहीं काम स्वाए गज बस फरियो मन बावरा रे, अंक सयो सी। सारी उम्र फिर वो अंक सहंदा, वो इस रोग ना मरदा है। इस करके वो कालभूत की है, वो माया है। इसे करके टुकना रहा जो समझाना। वो महाराज कहते जहर तो बच बिखे बाज, कालभूत की हस्तनी मन बावरा रे, रचन रचियो जगदीश। कहते किसी का कसूर नहीं है, ये सारी वो खेड है। कालभूत की हस्तनी मन बावरा रे, रचन रचियो जगदीश। काम स्वाए गज बास फड़ियो मन बावरा रे, अंक सयो शीस। राहो च समाउन लगियां बिखे बाज हर राज, समझ मन बावरा रे। निरभै मतलब ऐस कालभूत इन्हां चीज़ां तो इस माया तो परे होके भजन कर। निरभै होए ना हर भजे, आ दो लफ्ज़ जे समझ गए। कई थां भै बिन
ਜਿਹੜੇ ਭੈ ਹੈ ਉਹ ਡਰ ਵੀ ਹੈ। ਭੈ ਬਿਨ ਲਾਗ ਨਾ ਲੱਗੇ ਹੀ ਨਾ ਮਨ ਨਿਰਮਲ ਹੋਏ। ਇੱਕ ਭੈ ਹੈ, ਭੈ ਵਿੱਚ ਇੰਦ ਸਹੇ ਫਿਰ ਪਾਓ, ਭੈ ਵਿੱਚ ਚਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਾਰੀ ਮਾਇਆ 'ਚ ਹੈ। ਉੱਥੇ ਮਾਇਆ ਲਾਉਣੀ ਪੈਣੀ ਹੈ। ਇਸ ਕਰਕੇ ਭੈ ਦੇ ਦੋ ਮਤਲਬ ਪੁਰਾਤਨ ਤੋਂ ਪੁਰਾਤਨ ਡਿਕਸ਼ਨਰੀਆਂ ਵੀ ਅਸੀਂ ਹਿੰਦੀ ਸੰਸਕ੍ਰਿਤ ਦੀਆਂ ਫੋਲ ਕੇ ਦੇਖ ਰਹੀਆਂ, ਉਹਦੇ 'ਚ ਦੋ ਮਾਇਨੇ ਦਿੱਤੇ ਆ ਭੈ ਦੇ। ਇੱਥੇ ਵੀ ਹੁਣ ਭੈ ਜਿਹੜਾ ਹੈ ਉਹ ਹੈ ਮਾਇਆ। ਭੈ ਬਿਨ ਸੇ ਨਿਰਭਉ ਹਾਰਿ ਧਿਆ। ਜਦੋਂ ਮਾਇਆ ਪਰੇ ਹੋ ਗਈ ਫਿਰ ਭਉ ਮੈਂ ਨਿਰਭਉ, ਮਾਇਆ ਤੋਂ ਪਰੇ ਹੋ ਕੇ ਮੈਂ ਉੱਤੇ ਰੱਬ ਤੇ ਆਇਆ। ਭੈ ਬਿਨ ਸੇ ਨਿਰਭਉ ਹਾਰਿ ਧਿਆਇਆ, ਭੈ ਬਿਨ ਸੇ ਨਿਰਭਉ ਹਰਿ ਧਿਆ। ਸਾਧ ਸੰਗੇ ਹਰਿ ਕੇ ਗੁਣ ਗਾਇਆ। ਸਾਧ ਸੰਗ ਇੱਥੇ ਰਹੋ। ਆ ਸਾਧ ਸੰਗ ਅੰਦਰ ਸਤਿਗੁਰੂ ਦਾ ਸੰਗ ਹੈ। ਕੀ ਹੋਇਆ? ਸਾਧ ਸੰਗੇ ਹਰਿ ਕੇ ਗੁਣ ਗਾਇਆ। ਗੁਣ ਗਾਉਣਾ ਸਾਰੀ ਬਾਣੀ 'ਚ ਹੈ ਹੀ ਨਾਮ ਜਪਣਾ। ਸਾਧ ਸੰਗੇ ਹਰਿ ਕੇ ਗੁਣ ਗਾਇਆ, ਸਾਧ ਸੰਗੇ ਹਰਿ ਕੇ ਗੁਣ ਗਾਇਆ। ਕਦੋਂ? ਭੈ ਬਿਨ ਸੇ ਨਿਰਭਉ ਹਰਿ ਧਿਆਇਆ। ਸਾਰਾ ਕਲੇਸ਼ ਹੀ ਮਾਇਆ ਦਾ ਸੀ। ਇੱਥੋਂ ਸ਼ੁਰੂ ਕਰਦੇ ਕਲੇ ਕਲੇਸ਼ ਗੁਰ ਸ਼ਬਦ ਦੇ ਨਿਵਾਰੇ। ਮਾਇਆ ਕਾ ਮਾਰਨ ਗੁਰ ਸ਼ਬਦ ਹੈ। ਸਦਾ ਲਈ ਫਾਰਮੂਲਾ ਆਪਣੇ ਘੁੱਟ ਕੇ ਪੱਲੇ ਬੰਨ ਲਓ। ਜਦੋਂ ਮਾਇਆ ਜਾਂ ਸਾਰੀ ਚੀਜ਼ ਦੇਖੋ ਯਾਰ ਇਹ ਤਾਂ ਮਰਨੀ ਸ਼ਬਦ ਦੀ ਕਮਾਈ ਨਾ। ਮਾਇਆ ਕਾ ਮਾਰਨ ਗੁਰ ਸ਼ਬਦ ਹੈ। ਹੋਰ ਕੋਈ ਚੀਜ਼ ਮਾਇਆ ਨੂੰ ਨਹੀਂ ਮਾਰ ਸਕਦੀ। ਪਰਮੇਸ਼ਰ ਦਾ ਨਾਮ ਇਹਦੀ ਕਮਾਈ ਹੀ ਮਾਰੇਗੀ। ਪਿਆਲੇ ਕਲੇਸ਼ ਗੁਰ ਸ਼ਬਦ ਦੇ ਨਿਵਾਰੇ, ਕਲੇ ਕਲੇਸ਼ ਸ਼ਬਦ ਦੇ ਨਿਵਾਰੇ। ਆਵਣ ਜਾਨ ਰਹੇ ਸੁਖ ਸਾਰੇ। ਇਹ ਮਾਇਆ 'ਚ ਬਾਹਰ ਜਾਂਦਾ ਹੈ। ਜਸ ਜਪਤ ਭਾਉ ਆਪਦਾ ਜਾਏ, ਤਾਵਤ ਮਨ ਆਏ ਪਾਏ। ਜਸ ਜਪ ਫਿਰ ਦੁਖ ਨਾ ਲਾਗ, ਜਾਸ ਜਪਤ ਇਹੋ ਹਾਂ ਮੈਂ ਭਾਗ। ਉਹ ਜਪਣ ਦੇ ਨਾਲ ਜਿਹੜਾ ਸੀ ਇਹ ਮਨ ਆਉਣੋਂ ਜਾਣੋਂ ਬੰਦ ਹੋ ਗਿਆ ਔਰ ਸੁੱਖ ਸਾਰੇ ਹੋ ਗਏ। ਉਹ ਹੈ ਆਵਣ ਜਾਂ ਰਹੇ ਸੁੱਖ ਸਾਰੇ। ਆਵਣ ਜਾਂ ਰਹੇ ਸੁੱਖ ਸਾਰੇ। ਕਲੇ ਕਲੇਸ਼ ਗੁਰ ਸ਼ਬਦ ਦੇ ਨਿਵਾਰੇ, ਕਲੇ ਗੁਰ ਸ਼ਬਦ ਦੇ ਨਿਵਾਰੇ। ਸਾਧ ਸੰਗੇ ਹਰਿ ਕੇ ਗੁਣ ਗਾਇਆ, ਸਾਧ ਸੰਗੇ ਹਰਿ ਕੇ ਗੁਣ ਗਾਇਆ। ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਭੈ ਬਿਨ ਸੇ ਆਜ ਰਹਾ ਤੋਂ ਬਾਅਦ ਉੱਚੀ ਚੋਟੀਆਂ ਨਾ। ਪਹਿਲਾਂ ਹੀ ਤੀ ਅਵਸਥਾ ਤੋਂ ਐਡੀ ਉੱਚੀ ਅਵਸਥਾ ਤੋਂ ਬਾਅਦ ਸ਼ੁਰੂ ਹੋਇਆ ਰਹਾਓ। ਚਰਨ ਕਮਲ ਚਰਨ ਕਮਲ ਚਰਨ ਕਮਲ ਰਿਦ ਅੰਤਰ ਤਾਰੇ। ਇਹ ਚਰਨ ਪਾਰਲੀ ਬੌੜੀ ਵਾਲੇ ਚਰਨ ਨਹੀਂ ਹੈ, ਇਹ ਚਰਨ ਸ਼ਬਦ ਹੈ। ਮਹੱਲਾ ਪੰਜਵਾਂ ਹੀ ਲਿਖਦਾ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਨ ਨਾਨਕ ਬੰਨ੍ਹਿਓ ਪਾਲ। ਮੈਂ ਘੁੱਟ ਕੇ ਪੱਲੇ ਨਾਲ ਬੰਨ੍ਹ ਲਿਆ ਵੀ ਜਿੱਥੇ ਚਰਨ ਆ ਜਾਣ। ਉਹ ਜਿਹੜਾ ਸ਼ਬਦ ਅਸੀਂ ਜਪਦੇ ਹਾਂ ਉਹਦੇ ਵੱਲ ਇਸ਼ਾਰਾ, ਸਾਰੇ ਸ਼ਬਦਾਂ ਵੱਲ ਨਹੀਂ। ਸ਼ਬਦ ਦੋ ਕਿਸਮ ਦੇ, ਇੱਕ ਗਿਆਨ ਦੇਣਗੇ, ਆ ਪੜ੍ਹ ਰਹੇ ਹਾਂ ਗਿਆਨ ਦੇ ਰਿਹਾ। ਇੱਕ ਸ਼ਬਦ ਆ ਉਹ ਸਾਰਾ ਗਿਆਨ ਅਟਕਲ ਪੱਚੂ ਨਹੀਂ ਦੇਣਗੇ। ਸ਼ਬਦ ਐਸਾ ਸਤਿਕਾਰਯੋਗ, ਐਸਾ ਫੋਕਸ ਹੋਏਗਾ ਉਹਨਾਂ ਦਾ ਵੀ ਸ਼ਬਦ ਜਪਣ ਵਾਲੇ ਨਾਲ ਸਾਰੀ ਕਲਾ ਵਰਤਣੀ ਹੈ, ਬਾਕੀ ਸ਼ਬਦਾਂ ਨਾਲ ਗਿਆਨ ਕਲਾ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਉਹ ਸਾਰਾ 3 ਲਾਈਨਾਂ ਹੁੰਦੀਆਂ। ਇੱਕ ਕਨਵਰਜੈਂਟ ਲਾਈਨ ਜਿਹੜੀਆਂ ਇੱਕੋ ਹੀ ਪੁਆਇੰਟ 'ਤੇ ਫੋਕਸ ਹੋਣ, ਇੱਕ ਡਾਈਵਰਜੈਂਟ ਲਾਈਨ ਜਿਹੜੀਆਂ ਆਪਸ 'ਚ ਕਦੀ ਮਿਲ ਸਕਦੀਆਂ ਨਹੀਂ, ਇੱਕ ਪੈਰਲਲ ਲਾਈਨਸ
ਜਿਹੜੀਆਂ ਰੇਲਵੇ ਲਾਈਨਾਂ ਵਾਂਗੂ ਲਾਗੇ ਲਾਗੇ ਤੇ ਰਹਿਣ ਪਰ ਮਿਲ ਨਹੀਂ ਸਕਣਗੀਆਂ। ਪਰ ਜਿਹੜੀਆਂ ਕਨਵਰਜੈਂਟ ਲਾਈਨ ਹੁੰਦੀਆਂ, ਸਾਰੇ ਸ਼ਬਦ ਹੀ ਕਨਵਰਜੈਂਟ ਕਾਹਦੇ 'ਤੇ ਹੈ? ਨਾਮ ਜਪਣ ਔਰ ਅੰਦਰਲੀ ਕਲਾ ਤੇ ਇਸ ਕਰਕੇ ਚਰਨ ਕਮਲ ਜਿਹੜੇ ਹੈ ਉਹ ਸ਼ਬਦ ਜਪਣ ਵਾਲਾ ਹੈ। ਚਰਨ ਕਮਲ ਰਿਦ ਅੰਤਰੇ ਤਾਰੇ, ਚਰਨ ਕਮਲ ਅੰਤਰੇ ਤਾਰੇ, ਅਗਨੇ ਸਾਗਰ ਗੁਰੇ ਪਾਰੀ ਉਤਾਰੇ। ਅੱਗ ਦਾ ਸਾਗਰ, ਅੱਗ ਦਾ ਪੈਸੀਫਿਕ ਓਸ਼ਨ, ਐਡੀ ਵੱਡੀ ਅੱਗ ਇਹ ਹੈ ਮਾਇਆ। ਅਗਨ ਸਾਗਰ ਗੁਰੇ ਪਾਰੀ ਉਤਾਰੇ, ਆਪ ਨਹੀਂ ਮੈਂ ਉਤਰ ਸਕੇ, ਆਓ ਸਤਿਗੁਰੂ ਨਾ ਤਾਰਿਆ ਮੈਨੂੰ। ਅਗਨ ਚਰਨ ਕਮਲ, ਜਦੋਂ ਅੰਦਰ ਚਰਨ ਕਮਲ ਆ ਗਏ ਫਿਰ ਤਰ ਸਕਦਾ ਬੰਦਾ। ਚਰਨ ਕਮਲ ਅੰਤਰੇ ਤਾਰੇ, ਚਰਨ ਕਮਲ ਅੰਤਰੇ ਤਾਰੇ, ਅਗਨ ਸਾਗਰ ਗੁਰੇ ਪਾਰੇ ਉਤਾਰੇ। ਮੈਂ ਡੁੱਬਦਾ ਜਾ ਰਿਹਾ ਸੀ, ਬੂੜਤ ਜਾ ਪੂਰੇ ਗੁਰੇ ਕਾਢੇ, ਪੂਰੇ ਗੁਰੇ ਤੇ ਕਾਚੇ ਗੁਰ ਤੇ ਮੁਕਤ ਨਾ ਹੋ। ਦੇਖੋ ਬੇੜਾ ਜਰਜਰਾ ਉਤਰ ਭਰਿਓ ਝਰਾ। ਕਬੀਰ ਸਾਹਿਬ ਕਹਿੰਦੇ ਜੇ ਕੱਚਾ ਗੁਰੂ ਕੀਤਾ ਵੀ ਹੈ ਛੇਤੀ ਨੂੰ ਉਤਰ ਪੈ ਥਾਂ ਪੱਕੇ ਗੁਰੂ ਦੇ ਲੜ ਰਲ। ਇਸ ਕਰਕੇ ਬੂੜਤ ਜਾਤ ਡੁੱਬ, ਮੈਨੂੰ ਬਚਾਇਆ ਕਿਸ ਤਰ੍ਹਾਂ? ਪੂਰਾ ਲਫ਼ਜ਼, ਪੂਰਾ ਗੁਰ, ਆਪਣਾ ਗੁਰ, ਮੇਰਾ ਗੁਰ, ਸਾਰਾ ਉਹ ਸਤਿਗੁਰੂ ਵਜੂਦ ਹੈ। ਬਾਕੀ ਦੁਨੀਆ 'ਚ ਕੋਈ ਕਿਸੇ ਦਾ ਨਹੀਂ ਆ। ਉਹ ਵਜੂਦ ਐਸਾ ਜਿਹੜਾ ਸਾਰਿਆਂ ਦਾ ਸਾਂਝਾ ਹੈ ਔਰ ਉਹ ਹੀ ਪਿਆਰਯੋਗ ਹੈ। ਬੂੜਤ ਜਾ ਪੂਰੇ ਗੁਰੇ ਕਾਢੇ, ਪੂਰਾ ਤਾਂ ਲਫ਼ਜ਼ ਲਿਖਿਆ ਵੀ ਭਗਤਾਂ ਦੀ ਬਾਣੀ 'ਚ ਸਾਰਿਆਂ ਬਾਣੀ 'ਚ ਆਉਂਦਾ ਹਮ ਊਰੇ ਤੁਮ ਪੂਰੇ। ਜੋ ਇਨਸਾਨ ਜਾਮੇ 'ਚ ਚੀਜ਼ ਕਰੋਗੇ ਉਹ ਸਦਾ ਉਰੀ ਹੋਗੀ। ਪੂਰਾ ਹੈ ਜਿਹਦੀ ਦੇਹ ਨਹੀਂ ਹੈ। ਬੂੜਤ ਜਾ ਪੂਰੇ ਗੁਰੇ ਕਾਢੇ, ਬੂੜਤ ਜਾ ਪੂਰੇ ਗੁਰੇ ਕਾਢੇ, ਜਨਮ ਜਨਮ ਕੇ ਟੂਟੇ ਗਾਂਡੇ, ਜਨਮ ਜਨਮ ਏ ਕਹੋ ਨਾਨਕ ਤਿਸ ਗੌਰ ਬਲਿਹਾਰੀ, ਕਹੋ ਨਾਨਕ ਤਿਸ ਗੌਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ, ਜਿਸ ਭੇਟਤ ਗਤ ਪਈ ਹਮਾਰੀ, ਜਿਸ ਭੇਟਤ ਗਤ ਪਈ ਹਮਾਰੀ, ਜਿਸ ਭੇਟਤ ਗਤ ਪਈ ਹਮਾਰੀ। ਆਓ ਥੋੜੇ ਜਿਹੇ ਹੋਰ ਤੰਦ ਕੱਢੀਏ, ਚਰਖੇ ਦੀ ਪੂਣੀ ਕੱਤਣ ਲੱਗੇ, ਜ਼ਰਾ ਮੋਢਾ ਪੂਰਾ ਕਰੀਏ ਔਰ ਅਸੀਂ ਭੋਗਣ ਲੱਗੇ ਉਸ ਮੋਢੇ ਦੇ ਦੁਆਲੇ ਵੀ ਕੀ ਚੀਜ਼ ਹੈ ਭੇਟਣ ਦੇ ਉੱਤੇ। ਜਿਨ ਕੋ ਸਤਿਗੁਰ ਭੇਟਿਆ, ਜਿਨ ਕੋ ਸਤਿਗੁਰ ਭੇਟਿਆ, ਉਹ ਕੀ ਕਰਦੇ ਆ? ਸੇ ਹਰ ਕੀਰਤੇ ਸਦਾ ਕਮਾਏ, ਜਿਨ ਕੋ ਸਤਿਗੁਰ ਭੇਟਿਆ, ਸੇ ਹਰ ਕੀਰਤੇ ਸਦਾ ਕਮਾਏ। ਇਹ ਕੀਰਤ ਨਾਮ ਜਪਣਾ ਨਹੀਂ ਹੈ, ਕਮਾਈ ਹੈ ਸ਼ਬਦ ਦੀ। ਸੇ ਹਰ ਕੀਰਤੇ ਸਦਾ ਕਮਾਏ, ਜਿਨ ਕੋ ਸਤਿਗੁਰ ਭੇਟਿਆ ਹੈ, ਜਿਨ ਕੋ ਸਤਿਗੁਰ ਭੇਟਿਆ, ਸੇ ਹਰ ਕੀਰਤੇ ਸਦਾ ਕਮਾਏ। ਪੰਨਾ ਹੈ 592। ਅਰਜੀਬ ਸ਼ਬਦ ਹੈ ਜਿਹੜਾ ਅਸੀਂ ਵਣਜਾਰਾ ਟਿਊਨ 'ਤੇ ਰਹਿ ਰਹੇ ਹਾਂ। ਬਹੁਤ ਸਾਰੀਆਂ ਤੁਹਾਨੂੰ ਇਸ ਟਿਊਨ ਦੇ ਇਸ ਹੁਲਾਰੇ ਦੇ ਸ਼ਬਦ ਤੁਹਾਨੂੰ ਮਿਲਣਗੇ। ਅਸੀਂ ਸਦਾ ਲਈ ਦੱਸ ਦਈਏ, ਰਾਗ ਦਾ ਮਤਲਬ ਰਾਗ ਨਹੀਂ ਹੈ, ਰਾਗ ਦਾ ਮਤਲਬ ਹੈ ਪੀਂਘ ਦਾ ਹੁਲਾਰਾ। ਇਸ ਕਰਕੇ ਅਸੀਂ ਵਣਜਾਰਿਆਂ ਦੀ ਟਿਊਨ ਜਿਹੜਾ ਕਿ ਹੈਡਿੰਗ ਹੈ ਬਾਣੀ ਦੇ ਉੱਤੇ,
उस ट्यून च गा रहे हैं, बंजारा ट्यून च। जिनक सत्संग भेटिया से हरे कीर्त सदा कमाए। आ शब्द असी चलदा रखांगे और थोड़ा जिहा इहदा तंद शुरू कर दईए। और इस ट्यून दे विच महाराज कहंदे उहनूं की होएगा, अचिंत हर नाम तिनके मन वसिया। उन्होंने फिक्र नहीं करना पैंदा सिरे, अचिंत हर नाम तिनके मन वसिया। अचिंत हर नाम तिनके मन वसिया। ऐसी पारस कला शब्द कमाई दी होई, अचिंती अपने आप ही सह सवाई। जिदा अन्ने दे पैर थले बटेरा आ जाता। कई बटेरा जाल लैके फड़ते बाहर जाते, सड़क मारते, मार बटेरे फड़न, एक अन्ना उठिया वो सवेरे सवेरे पैर बाहर बंद करो, वो पैर थले बटेरा आ गया। ऐदा गुरसिख दी अनपोली, अचिंते हर नाम तिनके मन वसिया। कोई जाप ताप कोई सब महाराज आप ही दे देता किसी वेले। वो एडा दयालु एडा लल्लू है, वो सदा ही मेहरबान है। अचिंते हर नाम तिनके मन वसिया। पर किना दे जो हर कीर्ते सदा कमाए। गाउन बजाउन की कमाई नहीं, शब्द की कमाई है। अचिंते हर नाम तिनके मन वसिया। आ गई प्रॉब्लम जड़ी सी, जिन हर हिरदे नाम न बसियो, तिन मात कीजे हर वंजा, तिन सुंझी दे फिरे। बिन नामे वो खप खप मोए, कर्म कांड च करांझा। इस करके उन्होंने ते अचिंती मेहर हो गई है। चिंते हर नाम तिनके मन वसिया। अचिंत हर नाम तिनके मन वसिया। वणजारे देश विदेश च अपना वणज करते सारे, और उकी हेक ला के शब्द गाउंदे सी। वणजारे सिख आमदे, वणजारे सिख आमदे। देखियो कादे ना पार लंघदे सी। वणजारे सिख आमदे, सब दे लंघावन हे। वणजारे सिख आमदे, लंघावन अचिंत हर नाम तिनके मन वसिया। अचिंत हर नाम तिनके मन वसिया। अचिंत हर नाम तिनके मन वसिया। सच्चा शब्द कमाए। सच्चा शब्द नहीं है, सच्चा वो जिहड़ा सच्चा दा शब्द सी, ओदी कमाई करनी है। सच्चा शब्द कमाए। गुरु महला पहला किड्डा दयाल है सिखां ते साडा, पहला औलिया, पहला अंबर, पहला पैगंबर। वो कहते भाई सिखो मैं इदा नाम जपिया, कोई भेद रखते नहीं है। इस करके कहते है इस शब्द नूं आखी चल दिन रात। और इसकी कमाई की है, एक अकाल पुरख का ध्यान रखी। एक आख आखै शब्द पाठ, एक आख आखै शब्द पाठ। अर्ध उरद दिन राते, एक आगे आखै शब्द पाठ। अर्ध उरद दिन रात। और जिन्हों आखदा उन्होंने कन्ना नाल सुनना बड़ा औखा काम है। आखना पर सुनना होर भी मुश्किल है। शब्द सुरत की खेड देन लगे गुरु नानक पातशाह। आखन औखा सुनना औखा, आखन औखा सुनना। और तू आख आके जपी चली, आखन जापे
ਇਕ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤੇ। ਇਕ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ